ਸਤਿ ਸ਼੍ਰੀ ਅਕਾਲ। ਲੋਕਰਾਣਾ ਚੈਨਲ ਪੰਜਾਬੀ ਦੇ ਖਾਸ ਪ੍ਰੋਗਰਾਮ ਸਿੱਧੇ ਸਵਾਲ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਸਿਆਸੀ ਮਾਹਿਰ ਡਾਕਟਰ ਪਿਆਰੇ ਲਾਲ ਗਰਗ। ਗਰਗ ਸਾਹਿਬ ਵੈਲਕਮ। ਸ਼ੁਕਰੀਆ ਜੀ ਬਹੁਤ। ਗਰਗ ਸਾਹਿਬ, ਬੜੀ ਖੁਸ਼ੀ ਦੀ ਗੱਲ ਹੈ, ਕਾਨੂੰਨ ਰੱਦ ਹੋ ਗਏ। ਲਗਾਤਾਰ ਜੋ ਕਿਸਾਨ ਆਗੂਆਂ ਦੀ ਐਸਕੇਐਮ ਦੀ ਡਿਮਾਂਡ ਸੀਗੀ, ਤਿੰਨੋਂ ਖੇਤੀ ਕਾਨੂੰਨ ਰੱਦ ਕਰਾਏ ਬਿਨਾਂ ਅਸੀਂ ਇੱਥੋਂ ਨਹੀਂ ਮੁੜਦੇ। ਜਦੋਂ ਪ੍ਰਧਾਨ ਮੰਤਰੀ ਐਲਾਨ ਆ ਕੇ ਕੀਤਾ 19 ਨਵੰਬਰ ਨੂੰ ਕਿ ਅਸੀਂ ਤਿੰਨੋਂ ਖੇਤੀ ਕਾਨੂੰਨ ਅਸੀਂ ਰਿਪੀਲ ਕਰਨ ਲੱਗੇ ਹਾਂ। 29 ਨਵੰਬਰ 29 ਦਾ ਸਾਡਾ ਜੋ ਨਵੰਬਰ ਦਾ ਸਰਦ-ਰੁੱਤ ਦਾ ਇਜਲਾਸ ਹੈ, ਉਹਦੇ 'ਚ ਅਸੀਂ ਤਿੰਨੋਂ ਕਾਨੂੰਨ ਇਹ ਪਾਰਲੀਮੈਂਟ ਦੇ ਵਿੱਚ ਰੱਦ ਕਰ ਲਵਾਂਗੇ। ਕੈਬਨਿਟ ਨੇ ਪਾਸ ਕਰਤੇ। ਉਸ ਤੋਂ ਬਾਅਦ ਕਿਸਾਨ ਆਗੂਆਂ ਦੀਆਂ ਜੋ ਮੰਗਾਂ ਸੀ, ਇੱਕ ਤਾਂ ਲਖੀਮਪੁਰੀ ਘਟਨਾ ਸੀ, ਵੱਡੀ ਇਸ਼ੂ ਸੀ, ਜੋ ਵੱਡਾ ਮਸਲਾ ਸੀ, ਵੱਡੀ ਗੱਲ ਸੀ। ਐਮਐਸਪੀ ਨੂੰ ਕਾਨੂੰਨੀ ਤੌਰ ਤੇ ਗਰੰਟੀ ਦਿਵਾਉਣਾ, ਐਮਐਸਪੀ ਨੂੰ ਲੀਗਲ ਕਰਨਾ। ਜੋ ਪੰਜਾਬ, ਹਰਿਆਣਾ, ਯੂਪੀ, ਬਿਹਾਰ ਦੇ ਕਿਸਾਨਾਂ ਦੇ ਕੇਸ ਪਾਏ ਗਏ ਨੇ ਇਸ ਅੰਦੋਲਨ ਦੇ ਦੌਰਾਨ, ਕੱਲੇ ਜੇਕਰ ਹਰਿਆਣਾ ਦੀ ਗੱਲ ਕੀਤੀ ਜਾਵੇ ਤਾਂ 40,000 ਦੇ ਲਗਭਗ ਕੇਸ ਨੇ। ਇਸ ਤੋਂ ਇਲਾਵਾ ਜੋ ਹੋਰ ਗੱਲਾਂ ਵੀ ਸੀ ਕਿਸਾਨ ਆਗੂਆਂ ਦੀ, ਪਰਾਲੀ ਵਾਲਾ ਹੋ ਗਿਆ, ਕਈ ਤਾਂ ਖੈਰ ਮੰਨ ਵੀ ਲਈਆਂ ਬੀਜੇਪੀ ਸਰਕਾਰ ਨੇ। ਪਰ ਹੁਣ ਜੇਕਰ ਆਪਾਂ ਗੱਲ ਕਰੀਏ, ਹੁਣ ਐਸਕੇਐਮ ਦੇ ਆਪਸ ਦੇ ਜੋ ਆਗੂ ਨੇ ਡਾਕਟਰ ਸਾਹਿਬ, ਕਈ ਤਾਂ ਇਸ ਗੱਲ ਲਈ ਸਹਿਮਤ ਨੇ ਕਿ ਜਦੋਂ ਹੁਣ ਅੰਦੋਲਨ ਸਮਾਪਤ ਕਰ ਦਈਏ, ਕਿਉਂਕਿ ਸਰਕਾਰ ਨੇ ਮੰਗ ਮੰਨ ਲਈ। ਸ਼ਿਕਾਇਤ ਉਸ ਗੱਲ ਨੂੰ ਲੈ ਕੇ ਕਹਿੰਦੇ ਨੇ ਕਿ ਜਦੋਂ ਤੱਕ ਐਮਐਸਪੀ ਲੀਗਲ ਨਹੀਂ ਹੋ ਜਾਂਦੀ, ਉਦੋਂ ਤੱਕ ਅਸੀਂ ਅੰਦੋਲਨ ਖਤਮ ਨਹੀਂ ਕਰਾਂਗੇ। ਗੁਰਨਾਮ ਸਿੰਘ ਚੜੂੰਨੀ ਕਹਿੰਦੇ ਨੇ ਕਿ ਜੋ ਹਰਿਆਣਾ ਦੇ ਕਿਸਾਨਾਂ ਤੇ ਕੇਸ ਪਾਏ ਗਏ ਨੇ, ਉਹ ਕੇਸ ਵਾਪਸ ਨਹੀਂ ਜਦੋਂ ਤੱਕ ਲਏ ਜਾਂਦੇ, ਉਦੋਂ ਤੱਕ ਅਸੀਂ ਉੱਠਾਂਗੇ ਨੇ। ਪਰ ਪੰਜਾਬ ਦੀਆਂ ਕੁਝ ਜਥੇਬੰਦੀਆਂ ਨੇ ਜੋ ਲਗਾਤਾਰ ਇਹ ਗੱਲ ਕਹਿੰਦੀਆਂ ਨੇ ਕਿ ਜਦੋਂ ਕਾਨੂੰਨ ਹੀ ਵਾਪਸ ਕਰ ਲਏ ਤਾਂ ਫਿਰ ਅੰਦੋਲਨ ਦਾ ਹੁਣ ਕੀ ਕੰਮ। ਜੀ ਡਾਕਟਰ ਸਾਹਿਬ। ਦੇਖੋ ਪੰਗੂ ਜੀ, ਜਿਹੜਾ ਇਹ ਕਾਨੂੰਨ ਵਾਪਸ ਹੋਏ ਨੇ, ਇਹਨੂੰ ਅਸੀਂ ਦੇਖੀਏ ਤਾਂ ਇਹ ਕੋਈ ਬਹੁਤ ਵੱਡਾ ਉਸ ਤਰੀਕੇ ਨਾਲ ਵਾਪਸ ਹੋਣ 'ਚ ਸ਼ਾਮਲ ਨਹੀਂ। ਠੀਕ ਹੈ, ਇੱਕ ਜਿੱਤ ਹੈਗੀ ਹੈ। ਇਹ ਜਿਹੜੇ 3 ਕਾਨੂੰਨ ਵਾਪਸ ਕਰਾਉਣ ਵਾਸਤੇ ਗੱਲ ਕਰੀ ਸੀ ਵੀ ਇਹ 3 ਕਰੇ ਤੋਂ ਬਿਨਾਂ ਅਸੀਂ ਵਾਪਸ ਨਹੀਂ ਜਾਣਾ, ਉਹਦੇ ਨਾਲ ਜਿਹੜੇ 3 ਬਾਕੀ ਜੋੜੇ ਉਹ ਇਹ ਸੰਯੁਕਤ ਕਿਸਾਨ ਮੋਰਚੇ ਨੇ ਜੋੜੇ ਸੀ ਜਾਂ ਕਿਸੇ ਨੇ ਬਾਹਰੋਂ ਆ ਕੇ ਜੋੜਤੇ ਸੀ? ਉਦੋਂ ਜਿਹੜੇ ਜਥੇਬੰਦੀਆਂ ਕਹਿੰਦੇ ਉਦੋਂ ਕਿਉਂ ਕਿਹਾ ਵੀ ਇਹ ਨਹੀਂ ਆਪਾਂ ਵਿੱਚ ਪਾਉਣੇ। ਜਿਹੜੇ ਉਹਦੇ ਦੌਰਾਨ ਕੋਈ ਵੀ ਘੋਲ ਹੁੰਦਾ ਹੈ, ਉਹਦੇ ਵਿੱਚ ਸਰਕਾਰ ਕੇਸ ਬਣਾਉਂਦੀ ਹੈ, ਝੂਠੇ ਸੱਚੇ ਜੋ ਵੀ ਹੈ, ਉਹਨਾਂ ਕੇਸਾਂ ਦੀ ਵਾਪਸੀ ਹਮੇਸ਼ਾ ਹੀ ਇੱਕ ਮੰਗ ਹੁੰਦੀ ਹੈ ਵਿੱਚ। ਇਹ ਤਾਂ ਘੋੜਾਂ ਦਾ ਸਟੈਂਡਰਡ ਹੈ, ਕੋਈ ਪਹਿਲੇ ਦਿਨ ਦੀ ਤਾਂ ਗੱਲ ਹੈ ਨਹੀਂ। ਸੋ ਇਹਦੇ ਵਿੱਚ ਜਿਹੜਾ ਹੈ ਕਿ ਸਰਕਾਰ ਨੇ ਜਿਵੇਂ ਵਾਪਸ ਵੀ ਕਰੇ ਨੇ, ਮੋਦੀ ਸਾਹਿਬ ਨੇ ਆਪਦਾ ਐਲਾਨ ਕਰਤਾ, ਨਾ ਲੋਕ ਸਭਾ 'ਚ ਨਾ ਰਾਜ ਸਭਾ 'ਚ ਬਹਿਸ ਹੋਣੀ ਨਹੀਂ ਦਿੱਤੀ। ਰਾਜ ਸਭਾ 'ਚ ਤਾਂ 12 MP ਜਿਹੜੇ ਨੇ ਉਹ ਸਸਪੈਂਡ ਵੀ ਕਰਤੇ ਰੂਲ 256 ਵਰਤ ਕੇ, ਜਿਹੜਾ ਸਿਰਫ ਪਿਛਲੇ 72 ਸਾਲ ਦੇ ਵਿੱਚ 13 ਵਾਰੀ ਵਰਤਿਆ ਗਿਆ। ਸੋ ਇਸ ਕਰਕੇ ਇਸ ਤੋਂ ਮੈਨੂੰ ਐਂ ਲੱਗਦਾ ਹੈ ਅੱਗੋਂ ਅੱਗੇ ਰੂਲ ਆ ਉਹਦੇ 'ਚ ਕਿਹਾ ਸੀ ਵੀ ਇਹ ਕੇਂਦਰ ਦੀ ਸ਼ਕਤੀ ਨਹੀਂ, ਇਸ ਕਰਕੇ ਅਸੀਂ ਵਾਪਸ ਕਰਾਉਣਾ ਚਾਹੁੰਦੇ ਹਾਂ। ਪਰ ਕੇਂਦਰ ਨੇ ਇਹ ਤਾਂ ਨਹੀਂ ਕਿਤੇ ਕਿਹਾ ਆਪਦੇ ਉਸਦੇ ਵਿੱਚ ਵੀ ਅਸੀਂ ਇਹ, ਉਹ ਤਾਂ ਕਹਿੰਦੇ ਨੇ ਵੀ ਅਸੀਂ ਇਹਨਾਂ ਨੂੰ ਸਮਝਾ ਨਹੀਂ ਸਕੇ ਤਾਂ ਵਾਪਸ ਕਰ ਰਹੇ ਹਾਂ। ਇਹ ਤਾਂ ਕਹੇ ਹੀ ਨਹੀਂ ਵੀ ਸਾਡੀ ਤਾਕਤ ਹੈ ਨਹੀਂ, ਸਾਡੇ ਕੋਲ ਸ਼ਕਤੀ ਨਹੀਂ ਇਹਨੂੰ ਬਣਾਉਣ ਦੀ, ਇਹ ਗੈਰ ਸੰਵਿਧਾਨਕ ਸੀਗੇ। ਇਸੇ ਤਰ੍ਹਾਂ ਹੀ ਉਹਨਾਂ ਨੇ ਕਿਹਾ ਵੀ ਮੁੱਠ ਭਰ ਕਿਸਾਨ ਸੀਗੇ ਜਿਨ੍ਹਾਂ ਕਰਕੇ ਅਸੀਂ ਵਾਪਸ ਕਰ ਰਹੇ ਹਾਂ। ਸੋ ਇਹ ਸਾਰਾ ਕੁਝ ਦੇਖ ਕੇ ਇਹ ਅਸਲ 'ਚ ਕੀ ਹੈ, ਇੱਕ ਚਾਲ ਹੈ। ਇਹ ਬੀਜੇਪੀ ਦੀ ਉਹੀ ਜੀ ਚਾਲ ਹੀ ਹੈ ਜਿਵੇਂ ਪਹਿਲਾਂ ਅੰਦੋਲਨ ਨੂੰ ਵੰਡਣ ਦੀਆਂ ਚਾਲਾਂ ਉਹਨਾਂ ਨੇ ਕਈ ਖੇਡੀਆਂ। 26 ਜਨਵਰੀ ਨੂੰ ਜੋ ਘਟਨਾਵਾਂ ਹੋਈਆਂ ਸੀ ਉਹਦੇ 'ਚ ਵੀ ਐਸਕੇਐਮ ਦੇ ਕੁਝ ਜਥੇਬੰਦੀਆਂ ਕਹਿੰਦੀਆਂ ਸੀ ਵੀ ਐਂ ਹੋ ਗਿਆ, ਉਹ ਹੋ ਗਿਆ, ਫਲਾਣਾ ਹੋ ਗਿਆ, ਠੀਕ ਹੋ ਗਿਆ। ਠੀਕ ਕਹਿੰਦੀਆਂ ਸੀ ਇੱਕ ਦੋ ਜਥੇਬੰਦੀਆਂ, ਹੌਲੀ ਹੌਲੀ ਉਹ ਹੋਈਆਂ। ਫਿਰ ਵਿੱਚ ਇਹੋ ਜਿਹੀ ਖੜਦੋਮ ਪਾਉਣ ਵਾਲੇ ਆਉਂਦੇ ਰਹੇ, ਫਿਰ ਵੀ ਉਹਨਾਂ ਦਾ ਸਪੋਰਟ ਕਰਦੀਆਂ ਰਹੀਆਂ। ਮੈਨੂੰ ਨਹੀਂ ਪਤਾ ਕਿਹੜੀਆਂ ਜਥੇਬੰਦੀਆਂ ਕਹਿੰਦੀਆਂ ਨੇ ਵਾਪਸ ਜਾਓ, ਕਿਹੜੀਆਂ ਨਹੀਂ ਕਹਿੰਦੀਆਂ ਨੇ ਨਾ ਜਾਓ। ਮੈਂ ਡੱਲੇਵਾਲ ਸਾਹਿਬ ਦਾ ਬਿਆਨ ਸੁਣਿਆ, ਉਹਨਾਂ ਨੇ ਆਖਿਆ ਵੀ ਐਮਐਸਪੀ 'ਚ ਅਸੀਂ ਲੋਕਾਂ ਨਾਲ ਵਾਅਦਾ ਕਰਿਆ ਹੋਇਆ ਸੀ ਬਾਕੀ ਦੇਸ਼ ਦਿਆਂ ਨਾਲ, ਜਿੰਨਾ ਚਿਰ ਉਹ ਵਾਪਸ ਹੁੰਦੀ ਮੇਰੀ ਜਥੇਬੰਦੀ ਇੱਥੇ ਹੀ ਰਹੂ। ਚਡੂਨੀ ਸਾਹਿਬ ਕਹਿੰਦੇ ਨਹੀਂ ਜਾਣਾ। ਗੱਲ ਸੱਚੀ ਹੈ। 40,000 ਕੇਸ ਹਰਿਆਣੇ 'ਚ ਪਿਆ ਹੈ, ਉਹ ਤਾਂ ਲੋਕਾਂ ਨੂੰ ਫੜ ਫੜ ਕੇ ਅੰਦਰ ਕਰੀ ਜਾਣਗੇ। ਬੀਜੇਪੀ ਦੀ ਸਰਕਾਰ ਹੈ, ਤੁਸੀਂ ਆਪਦਾ ਪ੍ਰੈਸ਼ਰ ਛੱਡ ਰਹੇ ਹੋ। ਸੋ ਜਿੱਥੋਂ ਤੱਕ ਸਵਾਲ ਹੈ ਵੀ ਕਾਨੂੰਨ ਵਾਪਸ ਹੋ ਗਏ, ਪਰ ਕਾਨੂੰਨਾਂ ਨੂੰ ਵਾਪਸ ਕਰਾਉਣ ਦੀ ਪ੍ਰਕਿਰਿਆ 'ਚ ਜੋ ਕੁਝ ਹੋਇਆ ਉਹਨੂੰ ਤਾਂ ਤੁਹਾਨੂੰ ਹੱਲ ਕਰਾਉਣਾ ਹੀ ਪਏਗਾ। ਉਹਦੇ ਉੱਤੇ ਤੁਸੀਂ ਰੋਜ਼ ਇਹਨਾਂ ਦਾ ਕੀ ਹੈ ਵੀ ਪੰਜਾਬ ਤੇ ਹਰਿਆਣਾ, ਪੰਜਾਬ ਵੱਖਰਾ ਹੋ ਜੇ ਪਹਿਲਾਂ ਹਰਿਆਣੇ ਨਾਲ ਆਇਆ ਚਲੂਨੀ ਸਾਹਿਬ ਨੇ ਜੋ ਕਿਹਾ, ਮੈਨੂੰ ਨਹੀਂ ਪਤਾ ਕਿਉਂਕਿ ਚਲੂਨੀ ਸਾਹਿਬ ਦੂਜੀ ਗੱਲ ਤਾਂ ਮੰਨਦੇ ਨਹੀਂ, ਉਹ ਤਾਂ ਚੋਣਾਂ 'ਚ ਵੀ ਲੜਨ ਨੂੰ ਫਿਰਦੇ ਨੇ ਆਪ। ਤੋ ਉਹ ਚਲੂਨੀ ਸਾਹਿਬ ਦੀ ਗੱਲ ਨੂੰ ਤਾਂ ਨਹੀਂ ਮੈਂ ਇੰਨੀ ਤਰਜੀਹ ਦਿਆਂਗਾ, ਉਹ ਤਾਂ ਸੰਯੁਕਤ ਕਿਸਾਨ ਮੋਰਚਾ ਜਾਣੇ। ਪਰ ਜੇ ਕੇਸ ਜਿਹੜੇ ਪਏ ਹੋਏ ਨੇ ਉਹ ਕਦੇ ਚਲੂਨੀ ਸਾਹਿਬ ਦੀ ਜਥੇਬੰਦੀ ਤਾਂ ਬਾਕੀਆਂ ਤੇ ਵੀ ਨੇ। ਸਰਸੇ ਦੇ ਵਿੱਚ, ਹਿਸਾਰ ਦੇ ਵਿੱਚ ਤਾਂ ਟਕੈਤ ਸਾਹਿਬ ਆਏ ਸੀ ਤੇ ਚਲੂਨੀ ਸਾਹਿਬ ਦੇ ਤਾਂ ਬਹੁਤਾਂ ਦੀ ਏਦਾਂ ਹੀ, ਜਿਹੜਾ ਜੇਜੀਪੀ ਦੀ ਐਮਐਲਏ ਵਾਲਾ ਸੀ ਉਹ ਇਹਨਾਂ ਨੇ ਤਾਂ ਵਿਡਰਾ ਕਰਨ ਦੀ ਗੱਲ ਕਰਦੀ ਸੀ। ਸੋ ਆਪਾਂ ਇਸ ਪਾਸੇ ਨਾ ਜਾਈਏ ਵੀ ਕੌਣ ਵਿਅਕਤੀ ਕੀ ਕਹਿੰਦਾ ਹੈ। ਅਸਲ ਦੇ ਵਿੱਚ ਕੀ ਹੈ, ਜਿਹੜੇ ਕਾਨੂੰਨ ਵਾਪਸ ਹੋਏ ਨੇ ਇਹ ਇੱਕ ਕਰਕੇ ਵਾਪਸ ਹੋਏ ਨੇ, ਔਰ ਸਰਕਾਰ ਨੇ ਸੋਚ ਲਿਆ ਵੀ ਅਸੀਂ ਹੋਰ ਸਾਰਾ ਕੁਝ ਚਾਲਾਂ ਕਰਕੇ ਦੇਖ ਲਈਆਂ, ਇੱਕ ਚਾਲ ਰਹਿ ਗਈ, ਉਹ ਹੈਗੀ ਇਹਨਾਂ ਦਾ ਇੱਕ ਤੋੜ ਦੋ।
ਡਿਵਾਈਡ ਐਂਡ ਰੂਲ। ਦਿਆਲ ਨੇ ਕਿਸੇ ਜ਼ਮਾਨੇ 'ਚ ਕਿਹਾ ਸੀ ICS ਦਾ ਪੇਪਰ ਹੀ ਐਸਾ, ਉਹ ਸਾਰੇ ਲਿਖੀ ਗਏ, ਲੰਬਾ ਚੌੜਾ ਕਹਾਣੀਆਂ ਪਾਈ ਗਏ। ਉਹਨੇ ਇੱਕ ਲਾਈਨ ਲਿਖੀ, ਡਿਵਾਈਡ ਐਂਡ ਰੂਲ, ਵੀ ਅੰਗਰੇਜ਼ ਭਾਰਤ 'ਤੇ ਰਾਜ ਕਿਵੇਂ ਕਰਦਾ, ਡਿਵਾਈਡ ਐਂਡ ਰੂਲ। ਇਹੀ BJP ਨੇ ਚਾਲ ਖੇਡੀ ਹੈ ਵੀ ਅੱਜ ਪੰਜਾਬ ਟੁੱਟੂ, ਫਿਰ ਹਰਿਆਣਾ ਟੁੱਟੂ, ਫਿਰ ਉੱਤਰਾਖੰਡ ਟੁੱਟ ਜੂ। ਇਹ ਇਕੱਠੇ ਨੇ, ਇਹਨਾਂ ਦੀ ਏਕਤਾ ਤੋੜ ਦਿਓ, ਤੋੜ ਕੇ ਫਿਰ ਇਹਨਾਂ ਨੂੰ ਕੁੱਟੋ ਬੁਰੀ ਤਰ੍ਹਾਂ। ਤਾਂ ਇਸ ਕਰਕੇ ਏਕਤਾ ਇਹ ਹੈ, ਜਿਹੜੀ ਏਕਤਾ ਜਿਹੜੀ ਹੈ ਇਹ ਬਹੁਤ ਜ਼ਰੂਰੀ ਹੈ। ਇਹ ਜਥੇਬੰਦੀਆਂ ਦੇ ਆਪਦੀ ਏਕਤਾ ਕਰਨੀ ਸਿੱਖੀ ਵੀ ਹੋਈ ਹੈ, ਮਤਭੇਦ ਹੁੰਦੇ ਵੀ ਰਹੇ ਨੇ। ਜਿਹੜਾ ਤੁਸੀਂ ਕਹਿੰਦੇ ਹੋ ਵੀ ਕਈ ਇਹ ਕਹਿੰਦੇ ਨੇ, ਕਹਿੰਦੇ ਹਮੇਸ਼ਾ ਹੀ ਹੁੰਦੇ ਨੇ, ਕਹਿਣਾ ਚਾਹੀਦਾ ਵੀ ਅੰਦਰ। ਜੇ ਅੰਦਰ ਤੁਸੀਂ ਆਪਦਾ ਵਿਚਾਰ ਨਹੀਂ ਦਿਓਗੇ ਫਿਰ ਤੁਸੀਂ ਤਾਂ ਮੋਦੀ ਬਣ ਜਾਓਗੇ। ਅੰਦਰ ਜਥੇਬੰਦੀਆਂ ਕਹਿ ਸਕਦੇ ਵੀ ਨਹੀਂ ਯਾਰ ਹੁਣ ਆਪਾਂ ਨੂੰ ਚਲੇ ਜਾਣਾ ਚਾਹੀਦਾ ਹੈ, ਹੁਣ ਆਪਣੇ ਵਾਪਸ ਹੋ ਗਏ, ਹਰ ਇੱਕ ਆਪਦੀ ਦਿੱਲੀ ਲਏਗਾ। ਇਹ ਤਾਂ ਸਾਡੀ ਜਮਹੂਰੀ ਤਾਕਤ ਹੈ। ਪਰ ਦਲੀਲ ਦੇਣ ਤੋਂ ਬਾਅਦ ਜਿਹੜਾ ਸੰਯੁਕਤ ਕਿਸਾਨ ਮੋਰਚਾ ਫੈਸਲਾ ਕਰੇਗਾ, ਫੈਸਲਾ ਤਾਂ ਉਹ ਲਾਗੂ ਹੋਏਗਾ। ਤੇ ਪਰ ਮੈਨੂੰ ਐਂ ਲੱਗਦਾ ਹੈ ਵੀ ਅਜੇ ਇਹ ਜਿਹੜਾ ਘੋਲ ਸੀ, ਪਹਿਲਾਂ ਲੱਗਦਾ ਸੀ ਵੀ 29 ਤੋਂ ਬਾਅਦ ਇਹ ਘੋਲ ਜਿਹੜਾ ਹੈ ਇਹਦਾ ਰੂਪ ਰੰਗ ਕਾਫੀ ਬਦਲੇਗਾ। ਪਰ ਮੈਨੂੰ ਹੁਣ ਲੱਗਦਾ ਨਹੀਂ, ਜਿੱਦਾਂ ਦਾ ਪਾਰਲੀਮੈਂਟ 'ਚ ਹੋਇਆ ਹੈ, ਜੇ ਪਾਰਲੀਮੈਂਟ ਚੁਣੇ ਹੋਏ ਨੁਮਾਇੰਦਿਆਂ ਨੂੰ ਉਹਨਾਂ ਨੇ ਬੋਲਣ ਨਹੀਂ ਦਿੱਤਾ, ਬਿਨਾਂ ਤੇ ਬਿਲਕੁਲ ਹੀ ਬਹਿਸ ਨਹੀਂ ਕਰਨ ਦਿੱਤੀ, ਤਾਂ ਆਮ ਲੋਕ ਕਿਹਦੇ ਵਿਚਾਰੇ ਨੇ ਵੀ ਉਹ ਇਹਨਾਂ ਤੋਂ ਗੱਲ ਕਰਾ ਲੈਣਗੇ। ਉਸ ਮੰਦਿਰ ਦੇ ਵਿੱਚ ਜਿਹਦੀ ਇਹਨਾਂ ਨੇ ਸਹੁੰ ਖਾਧੀ ਵੀ ਅਸੀਂ ਇੱਥੇ ਬਿਲਕੁਲ ਇਹਦੀ ਮਰਿਆਦਾ ਦਾ ਪਾਲਣ ਕਰਾਂਗੇ, ਸੰਵਿਧਾਨ ਦੀ ਮਰਿਆਦਾ ਦਾ, ਸੰਵਿਧਾਨ ਦੀ ਸਹੁੰ ਖਾਧੀ, ਉਹਨੂੰ ਤਾਂ ਇਹ ਮਤਲਬ ਟਿੱਚ ਜਾਣ ਰਹੇ ਨੇ। ਤੇ ਇਸ ਕਰਕੇ ਆਪਾਂ ਐਂ ਨਾ ਮੰਨ ਕੇ ਚੱਲੀਏ ਵੀ ਇਹ ਬਿੱਲ ਵਾਪਸ ਹੋਣਾ। ਤੁਸੀਂ ਇੱਕ ਛੋਟੀ ਚੀਜ਼ ਪ੍ਰਾਪਤੀ ਵਾਸਤੇ ਵੱਡੀ ਚੀਜ਼, ਮੈਂ ਕਹਾਂਗਾ ਹੁਣ ਜੇ ਸਾਡੇ ਦੇਸ਼ ਦੀ ਟੋਟਲ ਮਰਿਆਦਾ ਹੀ ਭੰਗ ਹੋਈ ਜਾਂਦੀ ਹੈ, ਫਿਰ ਸਾਡੇ ਕੋਲ ਰਹਿ ਕੀ ਗਿਆ। ਅੱਜ ਬਿੱਲ ਵਾਪਸ ਲੈ ਲੈ, ਕੱਲ ਨੂੰ ਚੱਕ ਕੇ ਜ਼ਮੀਨਾਂ ਓਕਾਰ ਕਰ ਲੈਣਗੇ, ਫਿਰ ਕੀ ਕਰਨਗੇ। ਤੇ ਇਸ ਕਰਕੇ ਇਹ ਤਾਕਤ ਸੀ ਜਿਹਦੇ ਕਰਕੇ ਵਾਪਸ ਹੋਏ ਨੇ, ਇਹ ਤਾਕਤ ਏਕੇ ਕਰਕੇ ਸੀ। ਉਸ ਏਕੇ ਨੂੰ ਟੁੱਟਣ ਨਹੀਂ ਦੇਣਾ ਚਾਹੀਦਾ, ਕਿਉਂਕਿ ਅਜੇ ਇਹ ਬਿੱਲ ਵਾਪਸੀ ਜਿਹੜੀ ਹੈ, ਪਹਿਲਾਂ ਮੈਂ ਨਹੀਂ ਮੰਨਦਾ ਸੀ ਵੀ ਐਂ ਵਾਪਸ ਲੈ ਆਉਣਗੇ ਦੁਬਾਰਾ। ਹੁਣ ਮੈਨੂੰ ਲੱਗਦਾ ਹੈ ਚਾਹੇ ਸਾਲ ਨੂੰ, ਚਾਹੇ ਕਦੇ ਇਹਨਾਂ ਦਾ ਏਕਾ ਤੋੜ ਕੇ ਆਪਦੇ ਤਰੀਕੇ ਨਾਲ, ਜਿਹੜੇ BJP ਰੂਲਡ ਸਟੇਟ ਨੇ ਉਹਨਾਂ ਨੂੰ ਕਹਿਣ ਇਹੀ ਕਾਨੂੰਨ ਨਕਲ ਕਰਕੇ ਤੁਸੀਂ ਬਣਾ ਦਿਓ ਆਪਦੇ ਵੱਲੋਂ, ਇਹਨਾਂ ਨੂੰ ਲਾਗੂ ਕਰ ਦਿਓ ਆਪਦੇ ਸੂਬਿਆਂ 'ਚ। ਹੌਲੀ ਹੌਲੀ ਇਹ ਤੋੜ ਕੇ ਪਾੜ ਕੇ ਲੋਕਾਂ ਨੂੰ, ਕਿਸਾਨਾਂ ਨੂੰ ਪਾੜ ਕੇ ਇਹ ਬਿਲਕੁਲ ਉਹੀ ਕੁਛ ਕਰਨਗੀਆਂ ਜੋ ਕਰਨਾ ਚਾਹੁੰਦੇ ਨੇ। ਇਹ ਮਨਸ਼ਾ ਇਹਨਾਂ ਦੀ ਹੈਗੀ ਹੈ। ਮੈਨੂੰ ਨਹੀਂ ਲੱਗਦਾ ਵੀ ਇਹਦੇ ਉੱਤੇ ਇਹਨਾਂ ਨੂੰ ਜਿਹੜਾ ਹੈ ਕਿਸੇ ਵੀ ਤਰ੍ਹਾਂ ਦਾ ਏਕਾ ਨਹੀਂ ਟੁੱਟਣ ਦੇਣਾ ਚਾਹੀਦਾ। ਇੱਕ ਤਾਂ ਦੂਜੀ ਗੱਲ, ਸਰਕਾਰ ਦੀਆਂ ਚਾਲਾਂ ਨੂੰ ਪਛਾਣਨਾ ਚਾਹੀਦਾ। ਤੇ ਤੀਜੀ ਗੱਲ ਇਹ ਹੈ ਕਿ ਜਿੰਨਾ ਚਿਰ ਵੋਟ ਦੀ ਚੋਟ ਤਕੜੀ ਨਹੀਂ ਹੁੰਦੀ, ਉਹਨਾਂ ਚਿਰ ਇਹ ਜਿੱਦਾਂ ਮਰਜ਼ੀ ਤੁਹਾਨੂੰ ਮਤਲਬ ਖਰਾਬ ਕਰਨ ਤੇ ਤੁਰ ਪੈਣ। ਬਿਲਕੁਲ। ਡਾਕਟਰ ਸਾਹਿਬ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਹਕੂਮਤ ਸੂਬਾ ਸਰਕਾਰਾਂ ਦੇ, ਸਟੇਟ ਗਵਰਨਮੈਂਟਾਂ ਦੇ ਸੁੱਟ ਦੂਗੀ ਇਹ, ਕਿ ਤੁਸੀਂ ਲਾਗੂ ਕਰ ਦਿਓ। ਇਹਦੇ 'ਚ ਤਾਂ ਫਿਰ MSP ਦਾ ਕਾਨੂੰਨ ਰੈਗੂਲਰ ਹੋਣਾ, MSP ਦਾ ਕਾਨੂੰਨ ਬਣਨਾ ਤਾਂ ਬਹੁਤ ਜ਼ਰੂਰੀ ਹੈ ਨਾ। ਜੇਕਰ ਕੱਲ ਨੂੰ ਸਟੇਟਾਂ ਚਾਹੁਣਗੀਆਂ ਵੀ ਕਿ ਕਿਸੇ ਨਾ ਕਿਸੇ ਰੂਪ ਦੇ ਵਿੱਚ, ਕਿਸੇ ਨਾ ਕਿਸੇ ਬਦਲ ਦੇ ਵਿੱਚ ਕੇਂਦਰ ਵਾਲੇ ਕਾਨੂੰਨ ਜੋ ਰੱਦ ਹੋ ਗਏ ਨੇ ਉਹ ਲੈ ਕੇ ਆਈਏ ਸਟੇਟਾਂ ਦੇ ਵਿੱਚ ਸਰਕਾਰ, ਕਿਉਂਕਿ ਕਈ ਵਾਰ ਏਦਾਂ ਹੁੰਦਾ ਨਾ ਕਿ ਕੇਂਦਰ 'ਚ ਵੀ ਉਹੀ ਸਰਕਾਰ ਬਣ ਜਾਂਦੀ ਹੈ ਤੇ ਸੂਬੇ 'ਚ ਵੀ ਉਹੀ ਸਰਕਾਰ ਹੁੰਦੀ ਹੈ। ਜੇਕਰ ਇਹੋ ਜਿਹੀ ਮਨਸ਼ਾ ਲੈ ਕੇ ਸਰਕਾਰਾਂ ਚੱਲਣਗੀਆਂ ਤਾਂ ਫਿਰ MSP ਦਾ ਕਾਨੂੰਨ ਤਾਂ ਬਹੁਤ ਜ਼ਰੂਰੀ ਹੈ ਇਹਦੇ 'ਚ। ਬਿਲਕੁਲ ਜ਼ਰੂਰੀ ਹੈ। ਅੱਜ ਕਿਸਾਨ ਦੀ ਹਾਲਤ ਜਿਹੜੀ, ਤਾਂ ਬਿੱਲ ਵਾਪਸ ਹੋਏ ਨੇ, ਖੈਰ ਦੁਬਾਰਾ ਵੀ ਆ ਸਕਦੇ ਨੇ, ਮੰਨ ਲਓ ਦੁਬਾਰਾ ਨਹੀਂ ਆਉਂਦੇ, ਜਿਵੇਂ ਮੈਂ ਕਿਹਾ ਸੂਬਿਆਂ ਦੇ ਵਿੱਚ ਹੀ ਹੋ ਸਕਦੇ ਨੇ। ਵੱਡੀ ਗੱਲ ਇਹ ਹੈ ਵੀ ਕਿਸਾਨ ਦੀ ਹਾਲਤ ਮਾੜੀ ਕਿਉਂ ਹੈ, ਉਹਦੀਆਂ ਚੀਜ਼ਾਂ ਦਾ ਭਾਅ ਠੀਕ ਮਿਲਦਾ ਨਹੀਂ, ਉਹਦੀ ਪਰਚੇਜ਼ ਦੀ ਕੋਈ ਗਰੰਟੀ ਨਹੀਂ ਹੈ, ਉਹਦੇ ਤੇ 100 ਤਰ੍ਹਾਂ ਦੇ ਨੁਕਸ ਕੱਢੇ ਜਾਂਦੇ ਨੇ। ਇਸ ਕਰਕੇ ਕਿਸਾਨ ਤੇ ਮਜ਼ਦੂਰ ਜਿਹੜਾ ਖੇਤੀ 'ਚ ਲੱਗਿਆ, ਉਹ ਨਪੀੜਿਆ ਜਾ ਰਿਹਾ ਹੈ। ਉਹ ਨਪੀੜਿਆ ਜਾਣ ਤੋਂ ਛੋਟੀ ਜਿਹੀ ਰਾਹਤ ਹੈ, ਇਹ ਕੋਈ ਪੂਰੀ ਰਾਹਤ ਨਹੀਂ ਹੈ, ਛੋਟੀ ਜਿਹੀ ਰਾਹਤ ਹੈ ਕਿ ਭਾਈ ਤੁਸੀਂ ਘੱਟੋ ਘੱਟ ਸਮਰਥਨ ਮੁੱਲ ਦੇ ਉੱਤੇ ਜਿਹੜੀ ਖਰੀਦ ਹੈ ਉਹਨੂੰ ਯਕੀਨੀ ਬਣਾਓ। ਪਰ ਸਮਰਥਨ ਮੁੱਲ ਦੇ ਵਿੱਚ ਵੀ ਜਿਹੜਾ ਪਾਸਾ ਹੈ ਉਹ ਖਰੀਦਦਾਰ ਦੇ ਹੱਕ 'ਚ ਹੈ, ਉਹ ਕਿਸਾਨ ਦੇ, ਖੇਤੀ ਮਜ਼ਦੂਰ ਦੇ ਹੱਕ 'ਚ ਨਹੀਂ ਹੈ। ਉੱਥੇ ਕਿਹਾ ਗਿਆ ਵੀ ਅਸੀਂ ਦੇਖਣਾ ਵੀ ਸਾਨੂੰ ਕਿੰਨੀ ਕੁ ਲੋੜ ਹੈ, ਅਸੀਂ ਦੇਖਣਾ ਵੀ ਲੋਕਾਂ ਨੂੰ ਰੋਟੀ ਦੇਣੀ, ਉਹਨਾਂ ਨੂੰ ਸਸਤੀ ਰੋਟੀ ਮਿਲ ਜੇ, ਲੋਕਾਂ ਨੂੰ ਅਨਾਜ ਸਸਤਾ ਮਿਲ ਜੇ, ਅਸੀਂ ਲੋਕਾਂ ਨੂੰ ਜਿਹੜਾ ਜਨਤਕ ਵੰਡ ਪ੍ਰਣਾਲੀ ਉਹ ਸਾਡੀ ਕਾਇਮ ਰਹੇ, ਅਸੀਂ ਦੇਖਣ ਸਾਡੇ ਕੋਲ ਪੈਸੇ ਕਿੰਨੇ ਕੁ ਨੇ। ਮਤਲਬ ਸਰਕਾਰ ਆਪਦੇ ਪੈਸੇ ਦੇਖੂ ਭਾਅ ਨਿਸ਼ਚਿਤ ਕਰਨ ਵਾਸਤੇ। ਕਦੇ ਦਵਾਈਆਂ ਦੇ ਭਾਅ ਨਿਸ਼ਚਿਤ ਕਰਨ ਵਾਸਤੇ ਵੀ ਇੰਨੇ % ਤੁਸੀਂ ਪ੍ਰੋਫਿਟ ਲੈ ਸਕਦੇ ਹੋ, ਕਦੇ ਦੇਖਿਆ? ਸੋ ਇਹ ਕਿਸਾਨਾਂ ਨਾਲ ਪਹਿਲਾਂ ਹੀ ਜਦ ਲੋੜ ਸੀ, ਦੇਸ਼ ਨੂੰ ਅੰਨ ਦੀ ਲੋੜ ਹੈ। ਹੁਣ ਇਹ ਬਹੁਤ ਪ੍ਰੈਡਿਕਸ਼ਨ ਨੇ, ਸ਼ਾਇਦ ਮੈਂ ਪਹਿਲਾਂ ਵੀ ਕਿਹਾ ਹੋਵੇ, ਕਣਕ ਤਾਂ ਅਸੀਂ ਕੋਈ ਬਹੁਤੀ ਐਕਸਪੋਰਟ ਹੀ ਨਹੀਂ ਕਰ ਰਹੇ। 17 ਤੇ 18 ਦੇ ਵਿੱਚ ਕਣਕ ਦੀ ਜਿਹੜੀ ਦਰਾਮਦ ਤੇ ਬਰਾਮਦ ਜਿਹਨੂੰ ਆਪਾਂ ਕਹਿੰਦੇ ਹਾਂ, ਦਰਾਮਦ ਤਾਂ ਸਾਡੇ ਕੋਲ ਆਉਣਾ ਤੇ ਬਰਾਮਦ ਹੁੰਦਾ ਇਹ ਬਾਹਰ ਭੇਜਣਾ। ਸੋ ਜਿਹੜੀ ਬਰਾਮਦ, ਜਿਹੜੀ ਐਕਸਪੋਰਟ ਤੇ ਇੰਪੋਰਟ ਸੀਗੀ,
ਜਿਹੜੀ ਅਸੀਂ ਨਿਰਯਾਤ ਤੇ ਆਯਾਤ, ਨਿਰਯਾਤ ਜਿਹੜੀ ਕਰਦੇ ਸੀ ਉਹਦੇ ਨਾਲੋਂ ਸਾਡੇ ਆਯਾਤ ਜਿਹੜੀ ਸੀ ਉਹ ਵੱਧ ਸੀ। ਯਾਨੀ ਕਿ ਅਸੀਂ ਮੰਗਵਾਉਂਦੇ ਜ਼ਿਆਦਾ ਸੀ, ਬਾਹਰ ਭੇਜਦੇ ਘੱਟ ਸੀ। ਕਣਕ ਦੇ 2 ਸਾਲ ਤੋਂ ਅਗਲੇ 3 ਕੁ ਸਾਲ ਦੇ ਵਿੱਚ ਇਹ ਹੋਈ ਹੈ ਥੋੜ੍ਹੀ ਕਦੇ 2 ਲੱਖ ਕੁਇੰਟਲ, ਕਦੇ ਲੱਖ ਕੁਇੰਟਲ ਅਸੀਂ ਜਿਹੜਾ ਹੈ ਇਹ ਵੱਧ ਬਾਹਰ ਭੇਜੀ ਹੈ। ਝੋਨੇ 'ਚ ਜ਼ਰੂਰ ਸੀ, ਝੋਨਾ ਜ਼ਿਆਦਾ ਬਾਹਰ ਭੇਜ ਰਹੇ ਹਾਂ। ਜਿਹੜਾ ਝੋਨਾ ਅਸੀਂ ਬਾਹਰ ਭੇਜਣਾ ਅਸੀਂ ਫੋਰਨ ਐਕਸਚੇਂਜ ਵਾਸਤੇ ਭੇਜ ਰਹੇ ਹਾਂ। ਅਸਲ 'ਚ ਅਸੀਂ ਤਾਂ ਕਹਿੰਦੇ ਐਕਸਪੋਰਟ ਨੂੰ ਪ੍ਰਮੋਟ ਕਰਨਾ। ਐਕਸਪੋਰਟ ਪੈਦਾ ਤਾਂ ਕਿਸਾਨ ਕਰ ਰਿਹਾ ਨਾ, ਫਿਰ ਉਹਨੂੰ ਪੈਸੇ ਦੇ ਦਿਓ ਉਹਦੇ। ਦੂਜੀ ਗੱਲ, ਤੁਸੀਂ ਕਹਿੰਦੇ ਹੋ ਫਸਲੀ ਅਸੀਂ ਚੱਕਰ ਬਦਲਣਾ, ਫਸਲੀ ਚੱਕਰ ਬਦਲ ਲਓ। ਜਿੰਨਾ ਪੈਸਾ ਤੁਸੀਂ ਇੰਪੋਰਟ ਤੇ ਲਾਉਂਦੇ ਹੋ ਦਾਲਾਂ ਅਸੀਂ ਜਿੰਨੀਆਂ ਪੈਦਾ ਹੁੰਦੀਆਂ ਨੇ ਉਹ ਤੋਂ ਕਈ ਗੁਣਾ ਵੱਧ ਬਾਹਰੋਂ ਮੰਗਵਾਉਂਦੇ ਹਾਂ, ਆਯਾਤ ਕਰਦੇ ਹਾਂ। ਜਿਹੜੀਆਂ ਅਸੀਂ ਦਾਲਾਂ ਬਾਹਰੋਂ ਮੰਗਵਾਉਂਦੇ ਹਾਂ ਉਹਨਾਂ ਦਾਲਾਂ ਤੇ ਅਸੀਂ ਫੋਰਨ ਕਰੰਸੀ, ਵਿਦੇਸ਼ੀ ਮੁਦਰਾ, ਵਿਦੇਸ਼ੀ ਸਿੱਕਾ ਖਰਚਦੇ ਹਾਂ ਤੇ ਉਹੀ ਸਿੱਕਾ ਇੱਥੇ ਦੇਸ਼ ਦੇ ਲੋਕਾਂ ਨੂੰ ਦੇ ਦਿੰਦਾ, ਕਿਸਾਨ ਨੂੰ MSP ਦੀ ਗਰੰਟੀ ਦੇ ਕੇ ਤੇ ਪਰਚੇਜ ਦੀ ਗਰੰਟੀ ਦੇ ਕੇ, ਤਾਂ ਕਿ ਉਹ ਫਸਲਾਂ 'ਚ ਝੋਨੇ 'ਚ ਚੱਕਰ 'ਚ ਹੀ ਨਾ ਪੈਣ, ਉਹ ਦਾਲਾਂ ਬੀਜ ਲੈਣ। ਦਾਲਾਂ ਬੀਜਣ ਨਾ ਕਰਕੇ ਹੁਣੀ ਰਿਪੋਰਟ ਆਈ ਹੈ ਨੈਸ਼ਨਲ ਫੈਮਿਲੀ ਹੈਲਥ ਸਰਵੇ ਦੀ, ਉਹਦੇ ਵਿੱਚ ਭਾਰਤ ਦੇ ਵਿੱਚ 71% ਜਿਹੜੇ ਬੱਚੇ ਨੇ ਉਹਨਾਂ 'ਚ ਖੂਨ ਦੀ ਕਮੀ ਹੈ, 58% ਔਰਤਾਂ 'ਚ ਖੂਨ ਦੀ ਕਮੀ ਹੈ। ਪੰਜਾਬ ਵਰਗੀ ਸਟੇਟ ਦੇ ਵਿੱਚ 53 ਤੋਂ 57% ਹੋ ਗਈਆਂ ਔਰਤਾਂ ਖੂਨ ਦੀ ਕਮੀ ਵਾਲੀਆਂ। ਪਹਿਲਾਂ 38% ਸੀ, ਫਿਰ 53 ਹੋ ਗਈਆਂ, ਹੁਣ 57 ਹੋ ਗਈਆਂ। ਜਿਹੜੇ ਮਰਦ ਸੀ ਉਹ ਵੀ 28-29% ਹੋ ਗਏ। 28-29% ਰੋਜ਼ ਵੱਧ ਰਿਹਾ ਖੂਨ ਦੀ ਕਮੀ ਦਾ। ਜੇ ਖੂਨ ਦੀ ਕਮੀ ਰੋਜ਼ ਵੱਧ ਰਹੀ ਹੈ ਉਹਦਾ ਵੱਡਾ ਕਾਰਨ ਇਕੱਲਾ ਲੋਹੇ ਦੀ ਘਾਟ ਨਹੀਂ, ਉਹਦਾ ਵੱਡਾ ਕਾਰਨ ਹੈ ਪ੍ਰੋਟੀਨ ਦੀ ਘਾਟ ਨਾਲ। ਪ੍ਰੋਟੀਨ ਜਿਹੜੀ ਦਾਲਾਂ ਚੋਂ ਮਿਲਣੀ ਹੈ। ਸਾਰੇ ਬੰਦੇ ਤਾਂ ਰੋਜ਼ ਮੀਟ ਨਹੀਂ ਖਾ ਸਕਦੇ, ਆਂਡੇ ਨਹੀਂ ਖਾ ਸਕਦੇ ਰੋਜ਼, ਤਾਂ ਇਹ ਤਾਂ ਸਿਰਫ ਜਿਹੜੇ ਤਨਖਾਹਦਾਰ ਨੇ ਉਹਨਾਂ ਨੂੰ ਹੀ ਹੈ, ਜਿਹਦੇ ਕੋਲ ਚੰਗਾ ਪੈਸਾ ਹੈ। ਦੂਜਾ ਬੰਦਾ ਕਿੱਥੇ ਖਾ, ਉਹ ਤਾਂ ਐਵੇਂ ਠੰਡ 'ਚ ਕਦੇ ਜ਼ੁਕਾਮ ਹੋ ਗਿਆ ਜੀ ਕਾਂਡਾ ਖਾ ਲੈਂਦੇ ਆ। ਤੋ ਬਹੁਤ ਸਾਰੀ ਆਬਾਦੀ ਜਿਹੜੀ ਹੈਗੀ ਆ ਉਹ ਵੈਜੀਟੇਰੀਅਨ ਹੈ, ਉਹ ਖਾਂਦੀ ਹੋਈ ਨਹੀਂ ਆਂਡੇ ਮੀਟ। ਤੋ ਇਹ ਜਿਹੜੀਆਂ ਦਾਲਾਂ ਨੇ ਇਹ ਪ੍ਰੋਟੀਨ ਦਿੰਦੀਆਂ ਨੇ ਲੋਕਾਂ ਨੂੰ। ਅਰੇ ਦਾਲ ਚਾਵਲ ਜਾਂ ਦਾਲ ਤੇ ਕਹਿ ਲਓ ਵੇਸਣ ਤੇ ਆਟਾ ਰਲ ਕੇ ਮਿੱਸੀ ਰੋਟੀ ਜਿਹਨੂੰ ਆਪਾਂ ਕਹਿੰਦੇ ਆ, ਜਾਂ ਖਿਚੜੀ, ਇਹ ਸਾਰਾ ਕੁਝ ਜਿਹੜਾ ਹੈ ਇਹ ਕਲਾਸ ਪ੍ਰੋਟੀਨ ਬਣ ਜਾਂਦੀ ਹੈ। ਸੋ ਅਸੀਂ ਜਿਹੜੇ ਲੋਕਾਂ ਨੂੰ ਉਹਨਾਂ ਦੀ ਤਾਕਤ, ਸਰੀਰਕ ਤਾਕਤ ਘੱਟੋ ਘੱਟ ਜਿਹੜੀ ਲੋੜ ਹੈ ਅਸੀਂ ਤਾਂ ਉਹ ਵੀ ਨਹੀਂ ਪੂਰੀ ਕਰ ਰਹੇ ਜੀ। ਉਹਨੂੰ ਪੂਰੀ ਕਰਨ ਵਾਸਤੇ ਅਸੀਂ ਖੇਤੀ ਨੂੰ ਦਬਾਉਣ ਤੇ ਤੁਰ ਪਏ। ਲੋਕਾਂ ਦੀ ਲੋੜ ਸਾਤੋਂ ਪੂਰੀ ਨਹੀਂ ਹੋ ਰਹੀ। ਜਿਸ ਦੇਸ਼ ਦੇ ਵਿੱਚ 71% ਲੋਕਾਂ 'ਚ ਖੂਨ ਦੀ ਕਮੀ ਹੋਵੇ, ਉਹ ਦੇਸ਼ ਦੀ ਸਰਕਾਰ, ਹੁਣ ਤਾਂ ਇਹਨਾਂ ਨੂੰ 7 ਸਾਲ ਹੋ ਗਏ ਨਾ, ਪਰ ਇਹਨਾਂ ਦੇ ਸਾਲਾਂ 'ਚ ਵਧੀਆ ਹੁਣ, ਕਿਉਂਕਿ 16 'ਚ ਪਹਿਲਾਂ ਸਰਵੇ ਆਇਆ, ਹੁਣ ਦੁਬਾਰਾ ਆਇਆ, ਉਹਦੇ ਵਿੱਚ ਵੀ ਵੱਧਦੀ ਜਾ ਰਹੀ ਹੈ। ਸੋ ਇਹ ਵੀ ਨਹੀਂ ਕਹਿ ਸਕਦੇ ਵੀ ਇਹ ਤਾਂ ਜੀ ਪਹਿਲਾਂ ਵਾਲੇ ਕਰੀ ਗਏ, ਹੁਣ ਤਾਂ ਅਸੀਂ ਤਾਂ ਘਟਾ ਰਹੇ ਹਾਂ, ਜਾਂ ਉੱਥੇ ਹੀ ਰਹਿ ਜਾਂਦਾ ਸਟੇਬਲ, ਆਪਾਂ ਮੰਨ ਲੈਂਦੇ। ਸੋ ਜਿਹੜਾ ਸਾਡਾ ਹਾਲ ਹੋ ਗਿਆ, ਸਾਨੂੰ ਪੌਸ਼ਟਿਕ ਆਹਾਰ ਨਹੀਂ ਮਿਲ ਰਿਹਾ, ਸਾਨੂੰ ਸੰਤੁਲਿਤ ਭੋਜਨ ਨਹੀਂ ਮਿਲ ਰਿਹਾ, ਜਿੰਨਾ ਭੋਜਨ ਚਾਹੀਦਾ ਉਹਨਾਂ ਨਹੀਂ ਮਿਲ ਰਿਹਾ। 6 ਤੋਂ 23 ਮਹੀਨਿਆਂ ਦੇ 99% ਬੱਚੇ, ਇੱਕ ਘਟਨਾ ਤੇ ਉਹਨਾਂ ਨੂੰ ਲੋੜੀਂਦੀ ਖੁਰਾਕ ਨਹੀਂ ਮਿਲ ਰਹੀ। ਔਰ 6 ਤੋਂ 23 ਮਹੀਨੇ ਉਹ ਸਮਾਂ ਹੁੰਦਾ ਹੈ ਜਦ ਬੱਚੇ ਦਾ ਦਿਮਾਗ ਵੱਧਦਾ ਹੈ। ਆ ਖੋਪੜੀ ਹੈ ਜਿਹੜੀ ਨਾ, ਇਹਦਾ ਸਾਈਜ਼ 34 ਤੋਂ ਵੱਧ ਕੇ 45 ਤੇ ਚਲਾ ਜਾਂਦਾ 2 ਸਾਲ ਤੇ ਉਦੋਂ ਬਾਅਦ ਤਾਂ ਟੋਟਲ ਅਡਲਟ ਦਾ ਹੁੰਦਾ ਸਾਰੇ 52 ਤੋਂ 54। ਦੇਖ ਲਓ ਕਿੰਨਾ ਕੁ ਬਾਅਦ 'ਚ ਵਧੂਗਾ। ਬਿਲਕੁਲ। ਸੋ ਇਸ ਕਰਕੇ ਜਦ ਅਸੀਂ ਨਾ ਤਾਂ ਬੱਚੇ ਦਾ ਦਿਮਾਗ ਵਿਕਸਿਤ ਹੋਣ ਦੇ ਰਹੇ ਹਾਂ, ਨਾ ਉਹਦਾ ਸਰੀਰ ਵਿਕਸਿਤ ਹੋਣ ਦੇ ਰਹੇ ਹਾਂ, ਫਿਰ ਤਾਂ ਅਸੀਂ ਅਪੰਗ ਬੱਚੇ ਪੈਦਾ ਕਰ ਰਹੇ ਹਾਂ ਨਾ। ਮਾਨਸਿਕ ਤੌਰ ਤੇ ਅਪੰਗ ਹੋਣਗੇ ਉਹ, ਸਰੀਰਕ ਤੌਰ ਤੇ ਕਮਜ਼ੋਰ ਹੋਣਗੇ, ਤੇ ਉਹ ਅਸੀਂ ਐਕਸਪੋਰਟ ਕਰ ਕਰਕੇ ਹੈ ਤੇ ਨਿਰਯਾਤ ਕਰ ਕਰਕੇ ਪੈਸਾ ਕਮਾ ਕੇ ਕੀ ਕਰਨਾ। ਕਹਿੰਦੇ ਭੱਠ ਸੋਨਾ ਜਿਹੜਾ ਕੰਨਾਂ ਨੂੰ ਖਾਵੇ। ਜਿਸ ਨਿਰਯਾਤ ਨੇ ਸਾਡੀ ਜਿਹੜੀ ਹੈ ਜਨਤਾ, ਉਹਨੂੰ ਭੁੱਖੇ ਮਾਰ ਕੇ ਉਹਦੀ ਸਰੀਰ ਖੋਹ ਲੈਣੀ ਆ, ਉਹਦਾ ਦਿਮਾਗ ਖੋਹ ਲੈਣਾ, ਉਹਨੂੰ ਵਿਕਸਿਤ ਹੀ ਨਹੀਂ ਹੋਣ ਦੇਣਾ। ਛੋਟੇ ਬੱਚੇ ਨੂੰ ਅਨਪੋਲ ਮਤਲਬ ਨਵੇਂ ਜੰਮੇ ਬੱਚੇ ਨੂੰ ਜਿਹਨੂੰ ਬੋਲਣਾ ਵੀ ਨਹੀਂ ਆਉਂਦਾ, ਉਹ ਤੋਂ ਅਸੀਂ ਖੋਹ ਲੈਂਦੇ ਹਾਂ ਮੂੰਹ ਚੋਂ ਕਿ ਅਸੀਂ ਸਰਕਾਰ ਆ ਫਿਰ। ਸੋ ਕਿਸਾਨਾਂ ਦਾ ਇਹ ਜਾਇਜ਼ ਹੈ ਮੰਗ ਕਿ ਭਾਰਤ ਸਰਕਾਰ ਆਪਦਾ ਤੌਰ ਤਰੀਕਾ ਬਦਲੇ, MSP ਦੇ ਉੱਤੇ ਗਲਤ ਬਿਆਨੀ ਕਰਨੀ ਛੱਡੇ, ਪਰਚੇਜ਼ ਖਰੀਦ, ਹਰ ਫਸਲ ਦੀ ਖਰੀਦ ਪੂਰੇ ਮੁਲਕ ਦੇ ਵਿੱਚ ਘੱਟੋ ਘੱਟ ਸਮਰਥਨ ਮੁੱਲ ਦੇ ਉੱਤੇ ਯਕੀਨੀ ਬਣਾਵੇ। ਜਿਹੜਾ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਕਹਿੰਦੇ ਨੇ, ਡਾਇਰੈਕਟ ਬੈਨੀਫਿਟ ਟ੍ਰਾਂਸਫਰ ਇਹਨਾਂ ਨੇ IT ਦੇ ਵਿੱਚ ਬਣਾਉਟੀ ਬੁੱਧੀ ਦੇ ਨਾਲ ਆ ਕਰਜ਼ਿਆਂ ਦਾ ਕਰਿਆ ਸੀ। ਰੋਜ਼ ਹੀ ਕਰਜ਼ਾ ਵੱਧ ਰਿਹਾ ਰਬੜ ਵਾਂਗੂ, ਔਰ ਕਰਜ਼ਾ ਮਾਰ ਕੇ ਭੱਜ ਜਾਂਦੇ ਨੇ। ਉਹਨਾਂ ਦੇ ਤਾਂ ਸਾਰੇ ਰਿਕਾਰਡ ਨੇ ਇਹਨਾਂ ਕੋਲੇ, ਉਹ ਕਿਵੇਂ ਹਵਾਈ ਅੱਡੇ ਤੋਂ ਨਿਕਲ ਜਾਂਦੇ ਨੇ। ਜੇ ਕੋਈ ਕਿਸਾਨਾਂ ਦੀ ਮਦਦ ਵਾਸਤੇ ਬੰਦਾ ਆ ਰਿਹਾ ਸੀ, ਜਿਹਨੇ ਮਦਦ ਕਰੀ ਹੈ, ਲੰਗਰ ਚਲਾਇਆ ਹੈ, ਉਹਨੂੰ ਤਾਂ ਹਵਾਈ ਅੱਡੇ ਤੋਂ ਵਾਪਸ ਮੋੜਤਾ। ਬਿਲਕੁਲ।
ਇਹ ਪੈਸਾ ਮਾਰ ਕੇ ਭੱਜਦੇ ਨੇ ਇੱਦੇ ਲੱਖਾਂ ਕਰੋੜ ਰੁਪਇਆ, ਹਜ਼ਾਰਾਂ ਕਰੋੜ ਰੁਪਇਆ। ਉਹ ਕਹਿੰਦੇ ਸਾਨੂੰ ਪਤਾ ਨਹੀਂ ਲੱਗਿਆ ਜੀ, ਭੱਜ ਗਿਆ। ਇਹ ਤੋਂ ਪਤਾ ਲੱਗਦਾ ਵੀ ਸਰਕਾਰ ਦੀ ਮਨਸ਼ਾ ਕੀ ਹੈ। ਬਿਲਕੁਲ। ਤਾਂ ਕਿਸਾਨਾਂ ਦੀ ਮਦਦ ਲਾ ਰਿਹਾ, ਉਹ ਇਹਨਾਂ ਨੂੰ ਪਤਾ ਲੱਗ ਗਿਆ ਵੀ ਹਾਂ ਇਸ ਜਹਾਜ਼ 'ਚ ਫਲਾਣਾ ਬੰਦਾ ਆ ਰਿਹਾ ਹੈ, ਇਹਨੂੰ ਆਪਾਂ ਹਵਾਈ ਅੱਡੇ ਤੋਂ ਬਾਹਰ ਨਹੀਂ ਨਿਕਲਣ ਦੇਣਾ, ਇਹਨੂੰ ਫਿਰ ਕਹਿਣਾ ਤੂੰ ਵਾਪਸ ਜਾ। ਇਹ ਉਹਨਾਂ ਨੂੰ ਪਤਾ ਲੱਗ ਗਿਆ। ਜਿਹੜਾ ਕੋਈ ਸਰਕਾਰ ਨੂੰ ਕੁਝ ਨਹੀਂ ਕਹਿ ਰਿਹਾ, ਇੱਕ ਗੁਰੂ ਦੇ ਨਾਮ ਤੇ ਲੰਗਰ ਚਲਾ ਰਿਹਾ, ਬਿਨਾਂ ਕਿਸੇ ਵਿਤਕਰੇ ਦੇ ਚਲਾ ਰਿਹਾ, ਕਿਤੋਂ ਪੈਸਾ ਨਹੀਂ ਲੈ ਰਿਹਾ, ਆਪਦੇ ਪੈਸੇ ਨਾਲ ਚਲਾ ਰਿਹਾ। ਇੱਥੋਂ ਦਾ ਪੰਜਾਬੀ ਹੈ ਉਹ, ਉਹਨੂੰ ਵਾਪਸ ਭੇਜਿਆ ਜਾਂਦਾ ਹੈ। ਉਹਦੇ ਉਲਟ ਜਿਹੜਾ ਹਜ਼ਾਰਾਂ ਕਰੋੜ ਰੁਪਇਆ ਮਾਰ ਕੇ ਤੇ ਉਹ ਬਾਹਰ ਭੱਜ ਜਾਂਦਾ, ਕਹਿੰਦੇ ਸਾਨੂੰ ਪਤਾ ਹੀ ਨਹੀਂ ਲੱਗਿਆ। ਇਹ ਜਾਣ ਕੇ ਅੱਖਾਂ ਮੀਚਣੀਆਂ ਨੇ। ਫਿਰ ਬਿੱਲੀ ਨੂੰ ਦੇਖ ਕੇ ਕਬੂਤਰ ਅੱਖਾਂ ਮੀਚਣ ਵਾਲੀ ਗੱਲ ਕਰਦਾ ਹੈ। ਫਿਰ ਇਹੀ ਹੈ ਵੀ ਅੰਨਾ ਵੰਡੇ ਸੀਰ ਨਹੀਂ ਮਿਰਕੜ ਆਪਣਿਆਂ ਨੂੰ ਦੇ। ਇਹ ਆਪਣਿਆਂ ਨੂੰ ਸਾਰਾ ਕੁਝ ਦਿੰਦੇ ਨੇ, ਦੂਜਿਆਂ ਨੂੰ ਜਿਨ੍ਹਾਂ ਨੂੰ ਇਹ ਬਗਾਨੇ ਸਮਝਦੇ ਨੇ ਉਹਨਾਂ ਨੂੰ ਭੁੱਖੇ ਮਾਰਦੇ ਨੇ। ਇਸ ਕਰਕੇ ਸਾਨੂੰ ਕਿਸਾਨੀ ਮੋਰਚੇ ਨੂੰ ਇਹਨਾਂ ਗੱਲਾਂ ਦੇ ਉੱਤੇ ਵਿਚਾਰ ਕਰਨਾ ਪਏਗਾ ਕਿ ਵੀ ਇਹ ਜਿਹੜੇ ਲੱਥ ਨੇ ਸਰਕਾਰ ਦੇ, ਜਿਹੜਾ ਸਰਕਾਰ ਦਾ ਤੌਰ ਤਰੀਕਾ ਹੈ, ਇਹ ਕੋਈ ਨਾ ਤਾਂ ਇਹ ਹੈ। ਉਹਨਾਂ ਨੇ ਇੱਕ ਅਫਸੋਸ ਨਹੀਂ ਜ਼ਾਹਰ ਕਰਿਆ ਵੀ 600 ਬੰਦਾ ਸ਼ਹੀਦ ਹੋ ਗਿਆ, 650। ਜੀ ਬਿਲਕੁਲ। ਇਹੀ ਉਹਨਾਂ ਬਾਰੇ। ਉਹਨਾਂ ਦਾ ਜਿਹੜਾ ਰਾਜ ਗ੍ਰਹਿ ਮੰਤਰੀ ਹੈ, ਉਹ ਅਜੇ ਵੀ ਰਾਜ ਗ੍ਰਹਿ ਮੰਤਰੀ ਹੈ। 5 ਕਿਸਾਨਾਂ ਨੂੰ ਉਹਦੇ ਮੁੰਡੇ ਨੇ ਦੋਸ਼ ਹੈ ਉਹਦੇ ਤੇ, ਹੁਣ ਤਾਂ ਫੜਿਆ ਵੀ ਗਿਆ, ਚਲੋ ਅਜੇ ਵੀ ਦੋਸ਼ ਹੀ ਆ ਉਹ, ਕਿਉਂਕਿ ਜਦ ਤੱਕ ਉਹ ਅਦਾਲਤ 'ਚ ਸਾਬਤ ਨਹੀਂ ਹੋ ਜਾਂਦਾ ਉਹਨਾਂ ਚਿਰ ਅਸੀਂ ਦੋਸ਼ ਹੀ ਕਹਿੰਦੇ ਹਾਂ। ਉਹ ਦੋਸ਼ ਹੈ ਉਹਦੇ ਉੱਤੇ ਕਿ ਉਸਨੇ ਜਿਹੜਾ ਹੈ ਰੌਂਦ ਕੇ ਉਹਨੇ ਉਹਦੇ ਜੀਪ ਦੇ ਥੱਲੇ ਦੇ ਕੇ ਮਾਰੇ ਨੇ, ਗੱਡੀਆਂ ਦੇ ਥੱਲੇ ਦੇ ਕੇ। ਇਸ ਤੋਂ ਅੱਗੇ ਹੁਣ ਤਾਂ ਫੋਰੈਂਸਿਕ ਸਾਇੰਸ ਨਾਲ ਇਹ ਵੀ ਸਾਬਤ ਹੋ ਗਿਆ, ਇੰਨੀ ਗੱਲ ਤਾਂ ਸਾਹਮਣੇ ਆ ਗਈ ਵੀ ਉਸ ਦੇ ਰਿਵਾਲਵਰ 'ਚ ਚੱਲੀਆਂ ਨੇ ਗੋਲੀਆਂ। ਤਾਂ ਉਹ ਰਿਵਾਲਵਰ 'ਚ ਚਲਾਈਆਂ ਕਿ ਨਹੀਂ ਕਰੀਆਂ, ਉਹ ਸਵਾਲ ਹੋ ਸਕਦੇ ਨੇ, ਪਰ ਚੱਲੀਆਂ ਉਹਦੇ ਰਿਵਾਲਵਰ 'ਚੋਂ ਨੇ। ਇਹ ਤਾਂ ਹੁਣ ਫੋਰੈਂਸਿਕ ਸਾਇੰਸ ਨੇ ਕਹਿਤਾ। ਸੋ ਇਸ ਕਰਕੇ ਸਾਨੂੰ ਇਹਨਾਂ ਗੱਲਾਂ ਦਾ ਤਾਂ ਧਿਆਨ ਰੱਖਣਾ ਪਊ। ਜਿਹੜੇ ਕੇਸ ਬਣੇ ਤਾਂ ਅੰਦੋਲਨ 'ਚ ਨੇ ਨਾ। ਸਰਕਾਰ ਨੇ ਮੁੜ ਕੇ ਸਭ ਨੂੰ ਅੰਦਰ ਕਰਨਾ ਸ਼ੁਰੂ ਕਰ ਦੇਣਾ। ਮੈਂ ਐਜੀਟੇਸ਼ਨਾਂ 'ਚ ਰਿਹਾ, ਜਦ ਤੁਹਾਡੀ ਐਜੀਟੇਸ਼ਨ ਤੁਸੀਂ ਨਾ ਛੋਟਾ ਜਿਹਾ ਕੰਪਰੋਮਾਈਜ਼ ਕਰਕੇ ਕਈ ਵਾਰੀ ਜਦ ਤੁਹਾਨੂੰ ਵੱਡੀ ਪ੍ਰਾਪਤੀ ਵੀ ਲੱਗਦੀ ਹੈ ਛੱਡ ਦਿਓ, ਉਦੋਂ ਮੁੜ ਕੇ ਫਿਰ ਜੋ ਸਰਕਾਰ ਕਰਦੀ ਹੈ ਹਾਲ, ਜੀ ਤਾਂ ਤੁਸੀਂ 2 ਤਰੀਕ ਹੁਣ 2 ਤਰੀਕ ਗੱਲਬਾਤ ਤਾਂ ਹੋਈ ਨਹੀਂ ਨਾ। ਇਹ ਤਾਂ ਮੋਦੀ ਸਾਹਿਬ ਨੇ ਆਪਣੀ ਫਰਾਖ ਦੇਣੀ ਦਿਖਾਈ ਹੈ। ਇਹ ਤਾਂ ਇੱਕ ਤਰਫਾ ਫੈਸਲਾ। ਹਾਂ, ਇੱਕ ਤਰਫਾ ਫੈਸਲੇ ਤੋਂ ਅੰਦੋਲਨ ਛੱਡਣ ਦਾ ਕੀ ਮਤਲਬ ਹੈ? ਬਾਕੀ ਉਹਨਾਂ ਦਾ ਕੰਮ ਹੈ। ਫਿਰ ਪ੍ਰਾਪਤੀ ਦਾ ਆਪਾਂ ਨੂੰ ਪਤਾ ਕਿੰਨੀ ਕੁ ਹੈ। ਅਜੇ ਉਹ ਰੇੜਕਾ ਕਿ ਕੇਂਦਰ ਦੇ ਕੋਲੇ ਤਾਕਤ ਹੈ ਨਹੀਂ ਕਾਨੂੰਨ ਬਣਾਉਣ ਦੀ, ਉਹ ਫਿਰ ਉਹੀ ਕਾਨੂੰਨ ਬਣਾਉਣ ਲੱਗ ਜੇ। ਕੇਂਦਰ ਨੂੰ ਜ਼ਰੂਰੀ ਵਸਤਾਂ ਦੇ ਉੱਤੇ ਆਰਟੀਕਲ 369 ਸੰਵਿਧਾਨ ਦਾ ਧਾਰਾ 369 'ਚ ਲਿਖਿਆ ਵੀ ਇਹ ਆਰਜੀ 5 ਸਾਲ ਵਾਸਤੇ ਇਹਨਾਂ ਨੂੰ ਅਧਿਕਾਰ ਦਿੰਦੇ ਆ। ਇਹ ਸੂਬਿਆਂ ਦਾ ਅਧਿਕਾਰ ਹੈ ਸਟਾਕ ਕੰਟਰੋਲ ਕਰਨਾ, ਵੀ ਕਿੰਨੀ ਫਸਲ ਜਮ੍ਹਾਂ ਹੋਊਗੀ, ਕਿੰਨਾ ਅਨਾਜ ਜਮ੍ਹਾਂ ਹੋਊਗਾ, ਉਸ ਦੇ ਉੱਤੇ ਭਾਅ ਨਿਸ਼ਚਿਤ ਕਰਨੇ, ਭਾਅ ਥੋੜ੍ਹੇ ਰਹਿਣ ਤਾਂ ਕਿ ਵੱਧ ਨਾ ਜਾਣ, ਕਾਲਾ ਬਾਜ਼ਾਰੀ ਨਾ ਹੋਵੇ, ਕਿ ਲੋਕਾਂ ਨੂੰ ਥੁੜ ਨਾ ਪੈਦਾ ਕਰ ਸਕੇ। ਇਸ ਕੰਮ ਵਾਸਤੇ ਵੀ ਟੈਂਪਰੇਰੀ ਦਿੱਤੀ ਸੀ। ਇਹਨਾਂ ਨੇ ਉਲਟਾ ਕਰ ਲਿਆ, ਉਸ ਨੂੰ ਟੈਂਪਰੇਰੀ ਨੂੰ ਪੱਕਾ ਬਣਾ ਲਿਆ ਤੇ ਨਾਲ 5 ਸਾਲ ਵਾਸਤੇ, ਕਿਉਂਕਿ 56 'ਚ ਕਾਨੂੰਨ ਬਣ ਗਿਆ, ਉਹ ਕਾਨੂੰਨ 'ਚ ਗਾਹਾਂ ਦੀ ਗਾਹਾਂ ਕਸੋੜੀ ਗਿਆ ਵੀ ਆਪਾਂ ਤਾਂ ਇਹਨੂੰ ਦੂਜੇ ਪਾਸੇ ਹੋਏ। ਸੰਵਿਧਾਨ ਨੇ ਤਾਂ ਇਜਾਜ਼ਤ ਕਿਸੇ ਵੀ ਸਰਕਾਰ ਨੂੰ, ਨਾ ਇਹ ਸਰਕਾਰ ਹੋਵੇ, ਇਹ ਪਾਰਟੀ ਹੋਵੇ, ਵੀ ਪਾਰਟੀ ਹੋਵੇ, ਨੇ ਇਜਾਜ਼ਤ ਹੀ ਨਹੀਂ ਦਿੱਤੀ ਕਿ ਤੁਸੀਂ ਜਿੰਨੇ ਮਰਜ਼ੀ ਜ਼ਖੀਰੇਬਾਜ਼ੀ ਕਰੇ, ਜਿੰਨੀ ਮਰਜ਼ੀ ਕਾਲਾਬਾਜ਼ਾਰੀ ਕਰੇ, ਜਿੰਨਾ ਮਰਜ਼ੀ ਭਾਅ ਕਰੇ ਤੇ ਜਿੰਨਾ ਮਰਜ਼ੀ ਕੋਈ ਚੀਜ਼ ਵੇਚੇ ਜਾਂ ਨਾ ਵੇਚੇ, ਜਮ੍ਹਾਂ ਕਰਕੇ ਲੋਕਾਂ ਨੂੰ ਭੁੱਖਾ ਮਾਰ ਦੇ। ਇਹ ਤਾਂ ਸੰਵਿਧਾਨ ਘੜਨੀ ਸਭਾ ਨੇ ਇਹਨਾਂ ਨੂੰ ਇਜਾਜ਼ਤ ਹੀ ਨਹੀਂ ਦਿੱਤੀ। ਇਹਦੇ ਉੱਤੇ ਤਾਂ ਅਜੇ ਨਿਰਣਾ ਹੋਣਾ ਹੈ, ਇਹ ਤਾਂ ਨਿਰਣਾ ਹੋਇਆ ਨਹੀਂ। ਉਹ ਤਾਂ ਕਹਿੰਦੇ। ਸੋ ਇਸ ਕਰਕੇ ਅਜੇ ਜਿਹੜੇ ਕਾਨੂੰਨ ਵਾਪਸ ਵੀ ਹੋਏ ਨੇ, ਇਹਦੀਆਂ ਸੰਵਿਧਾਨਕ ਜਿਹੜੇ ਮੁੱਦੇ ਨੇ, ਇਹ ਸਿਰਫ ਉਹ ਕਾਗਜ਼ ਜਿਹੜਾ ਇਹਨਾਂ ਨੇ ਬਣਾਇਆ ਸੀ ਉਹ ਵਾਪਸ ਹੋਇਆ। ਮੈਂ ਕਹਾਂ ਡਾਕਟਰ ਸਾਹਿਬ ਗੱਲ ਆਪਣੀ ਫਿਰ ਉੱਥੇ ਹੀ ਆ ਜਾਂਦੀ ਹੈ ਘੁੰਮ ਕੇ। ਤੁਸੀਂ ਵੀ ਇਹ ਜ਼ਿਕਰ ਕੀਤਾ ਗੱਲ ਦਾ ਕਿ ਜਦੋਂ ਹਕੂਮਤ ਨੂੰ ਅਧਿਕਾਰ ਨਹੀਂ ਹੈ ਸੂਬਿਆਂ ਦੇ ਵਿੱਚ ਦਖਲ ਦੇ ਕੇ ਕਾਨੂੰਨ ਬਣਾਉਣਾ, ਉਹ ਕੀ ਇਸ ਅੰਦੋਲਨ ਨੂੰ, ਕੀ ਇਸ ਲੜਾਈ ਨੂੰ ਉਹ ਕਿਹੜਾ ਰੂਪ ਦਿੱਤਾ ਜਾਵੇ ਕਿ ਆਖਰ ਸੂਬੇ ਦੇ ਜੋ ਵੱਧ ਅਧਿਕਾਰ ਨੇ, ਜੋ ਸਾਡੇ ਹੱਕ ਹਕੂਕ ਨੇ, ਉਹਨਾਂ ਦੀ ਗੱਲ ਕੀਤੀ ਜਾਵੇ ਕੇਂਦਰ ਦੇ ਖਿਲਾਫ। ਕੇਂਦਰ ਦੇ ਵਿੱਚ ਭਾਵੇਂ ਕੋਈ ਸੱਤਾ ਹੋਵੇ, ਲਗਾਤਾਰ ਕਾਂਗਰਸ ਡਾਕੇ ਮਾਰੇ ਆ ਪੰਜਾਬ ਦੇ ਹੱਕਾਂ ਤੇ, ਲਗਾਤਾਰ ਬੀਜੇਪੀ ਲੁੱਟ ਰਹੀ ਹੈ। 14 ਤੋਂ ਬਾਅਦ ਇਹ ਲੁੱਟ ਤੇਜ਼ ਹੋ ਗਈ। ਆਖਰ ਅੰਦੋਲਨ, ਉਹ ਸੰਘਰਸ਼ ਕਦੋਂ ਕੁ ਵਿੱਢਿਆ ਜਾਣਾ, ਕਹਿ ਸਕਦੇ ਆਪਾਂ ਕਦੋਂ ਕੁ ਸ਼ੁਰੂ ਕਰਾਂਗੇ ਅਸੀਂ, ਜਾਂ ਫਿਰ ਜੋ ਅੰਦੋਲਨ ਇਹ ਸ਼ੁਰੂ ਹੋਇਆ ਇਸ ਨੂੰ ਅੱਗੇ ਤੱਕ ਲੈ ਕੇ ਜਾਈਏ ਕਿ ਕੇਂਦਰ ਸੂਬੇ ਦੇ ਅਧਿਕਾਰਾਂ 'ਚ ਦਖਲ ਨਾ ਦੇਵੇ? ਡਾਕਟਰ ਸਾਹਿਬ ਦੇਖੋ, ਮੈਂ ਇੱਕ ਗੱਲ ਤਾਂ ਡੱਡੇਵਾਲ ਸਾਹਿਬ ਦੀ ਗੱਲ ਤਾਂ ਤੁਹਾਨੂੰ ਦੱਸ ਹੀ ਚੁੱਕਿਆ ਵੀ ਜੋ ਮੈਨੂੰ ਇਹ ਵੀ ਕਿ ਅੰਦੋਲਨ ਕਿਹੋ ਜਿਹਾ ਹੋ ਸਕਦਾ। ਰਾਕੇਸ਼ ਟਕੈਤ ਜੀ ਆਏ ਸੀ ਅੰਮ੍ਰਿਤਸਰ,
ਉੱਥੇ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਜਿਹੜਾ ਮੈਨੂੰ ਉਹ ਬੈਲੈਂਸ ਲੱਗਦਾ ਸਾਰੇ ਹੀ। ਉਹਨਾਂ ਨੇ ਕਿਹਾ ਹੈ ਕਿ ਮੋਰਚਿਆਂ ਤੇ ਜ਼ਿਆਦਾ ਇਕੱਠ ਨਾ ਕਰੋ, ਜ਼ਿਆਦਾ ਇਕੱਠ ਦੀ ਜਦ ਲੋੜ ਹੋਏਗੀ ਉਦੋਂ ਕਰਾਂਗੇ, ਸਿਰਫ ਉੱਥੇ ਬਾਰੀਆਂ ਬੰਨ੍ਹ ਲਓ ਜਾਣ ਆਉਣ ਦੀਆਂ, ਤਾਂ ਕਿ ਉੱਥੇ ਬੰਦੇ ਕੁਛ ਰਹਿਣ। ਤੋ ਮੋਰਚੇ ਨੂੰ ਪੁਰਾਣੇ ਰੂਪ ਤਾਂ ਨਹੀਂ ਚਲਾਇਆ ਜਾ ਸਕਦਾ, ਪਰ ਉੱਥੇ ਮੋਰਚੇ 'ਚ ਥੋੜ੍ਹਾ ਇਕੱਠ ਘਟਾ ਕੇ ਕਦੇ ਜਿਹਦੇ ਦਿਨ ਮਨਾਉਣੇ ਨੇ, ਜਿਵੇਂ ਚਾਹੇ ਮਹੀਨੇ 'ਚ ਇੱਕ ਦਿਨ ਰੱਖ ਲਿਆ ਕਰਨ, ਵੀ ਐਤਕੀ ਆਹ ਦਿਨ ਮਨਾਵਾਂਗੇ, ਆਹ ਦਿਨ ਮਨਾਵਾਂਗੇ। ਉਦੇ ਇਕੱਠ ਜਾਂ 2 ਮਹੀਨੇ ਬਾਅਦ ਰੱਖਣੇ ਨੇ, ਉਹ ਤਾਂ ਸੰਯੁਕਤ ਕਿਸਾਨ ਮੋਰਚਾ ਜਾਂਦਾ, ਇੱਕ ਤਰੀਕਾ ਹੈ। ਤੇ ਨਾਲ ਜਿਹੜੇ ਸੂਬੇ ਨੇ ਉਹਨਾਂ ਦੇ ਵਿੱਚ ਇਹ ਅੰਦੋਲਨ ਕਰਨਾ, ਉੱਥੋਂ ਦੀਆਂ ਸਰਕਾਰਾਂ ਦੇ ਵਿਰੁੱਧ ਜਿਹੜੇ ਮਾਮਲੇ ਨੇ ਖੇਤੀ ਦੇ, ਇੱਕ ਤਾਂ ਇਹ ਹੈ, ਤਾਂ ਕਿ ਤਾਕਤ ਬਣੀ ਰਹਿੰਦੀ ਹੈ। ਔਰ ਜ਼ਰੂਰੀ ਵੀ ਆ ਉਹ, ਕਿਉਂਕਿ ਤੁਹਾਡੇ ਮਸਲੇ ਦੋਨਾਂ ਨਾਲ ਜੁੜੇ ਹੋਏ ਨੇ। ਕੱਲਾ ਇਹ ਨਹੀਂ ਹੈ ਵੀ ਕੇਂਦਰ ਨਾਲ ਨੇ, ਸੂਬੇ ਨਾਲ ਵੀ ਨੇ। ਇੱਥੇ ਆਹ ਜਿਹੜਾ ਹਾਈਵੇ ਵਾਸਤੇ ਜ਼ਮੀਨ ਅਕਾਰ ਕਰ ਰਹੇ ਨੇ ਹਰਿਆਣੇ ਪੰਜਾਬ 'ਚ, ਉਹਦੇ ਉੱਤੇ ਬਥੇਰੀ ਡੰਡਾ ਸੁੱਟਾ ਹੋ ਰਿਹਾ। ਸੋ ਇੱਕ ਤਾਂ ਇਹ ਹੈ। ਦੂਜਾ ਇਹਦੇ ਵਿੱਚ ਇਹ ਹੈ, ਪਰ ਇਹ ਵੀ ਐਡਾ ਸੂਬਿਆਂ ਦੇ ਵਿੱਚ ਕਰਨ ਤੋਂ ਪਹਿਲਾਂ ਅੱਜ ਜ਼ਰੂਰੀ ਹੈ, ਜਿਸ ਡਰ 'ਚੋਂ ਇਹਨਾਂ ਨੇ ਕਰਿਆ, ਇਹਨਾਂ ਨੂੰ ਆਇਆ ਵੀ ਬੀਜੇਪੀ ਹੁਣ ਅਸੀਂ ਲੋਕਾਂ ਨੂੰ ਪਾੜ ਦਈਏ। ਆਪਦਾ ਏਕਾ ਮੇਨਟੇਨ ਰੱਖਣਾ, ਏਕਾ ਕਾਇਮ ਰੱਖਣਾ, ਤੇ ਨਾਲ ਜਿਹੜੀ ਯੂਪੀ ਦੀ ਚੋਣ ਹੈ, ਕਿਉਂਕਿ ਜਿਹੜੀ ਤਾਕਤ ਨੇ ਤੁਹਾਡੇ ਚੁਣੇ ਨੁਮਾਇੰਦਿਆਂ ਨੂੰ ਵੀ ਬੋਲਣ ਨਹੀਂ ਦਿੱਤਾ, ਉਹਦੀ ਤਾਕਤ ਘਟਾਉਣੀ ਪਵੇਗੀ। ਇਹ ਨਹੀਂ ਹੈ ਕਿ ਜੇ ਕੱਲ ਨੂੰ ਜਿਹੜੀ ਆਪੋਜੀਸ਼ਨ ਹੈ ਇਹ ਇਕੱਠੀ ਹੋ ਕੇ ਤਾਕਤ 'ਚ ਆ ਜੇ, ਇਹ ਜਾਤੀਆਂ ਨਹੀਂ ਕਰੇਗੀ, ਇਹੋ ਜਿਹਾ ਕੁਛ ਨਹੀਂ ਹੈ। ਸਵਾਲ ਇਹ ਹੈ ਵੀ ਜਿਹੜੀ ਰਾਜ ਕਰਨ ਵਾਲੀ ਧਿਰ ਹੈ, ਹੁਕਮਰਾਨ ਧਿਰ ਹੈ, ਉਹਦੀ ਡਿਊਟੀ ਬਣਦੀ ਹੈ ਕਿ ਦੂਜੀ ਧਿਰ ਨੂੰ ਬੋਲਣ ਦਾ ਮੌਕਾ ਦੇਵੇ, ਔਰ ਇਸ ਤਰੀਕੇ ਨਾਲ ਦੇਵੇ ਮੌਕਾ, ਤਾਂ ਕਿ ਉੱਥੇ ਬਹੁਤੀ ਜਿਹੜਾ ਇਹ ਕਹਿੰਦੇ ਨਾ ਵੇਲ ਚ ਹੋਇਆ ਜੀ ਰੌਲਾ ਪੈ ਗਿਆ ਜੀ ਫਲਾਣਾ, ਉਹ ਉਦੋਂ ਹੁੰਦਾ ਜਦ ਉਹ ਬੋਲਣ ਨਹੀਂ ਦਿੰਦੇ, ਜਾਂ ਫਿਰ ਦੂਜੀ ਧਿਰ ਜਾਣ ਕੇ ਜਾਤੀ ਕਰਦੀ ਹੈ। ਜਿੱਥੇ ਵਿਰੋਧੀ ਧਿਰ ਜਾਣ ਕੇ ਜਾਤੀ ਕਰੇਗੀ, ਉੱਥੇ ਵੀ ਲੋਕਾਂ ਨੂੰ ਪਤਾ ਲੱਗ ਜਾਂਦਾ। ਹੁਣ ਤਾਂ ਸਭ ਟੀਵੀ ਦੇ ਸਾਹਮਣੇ ਹੁੰਦਾ। ਜਿੱਥੇ ਸਰਕਾਰ ਉਹਨਾਂ ਨੂੰ ਬੋਲਣ ਤੋਂ ਹੀ ਰੋਕਦੀ ਹੈ, ਜਿਵੇਂ ਕਿਸਾਨਾਂ ਨੇ ਇੱਕ ਕਿਹਾ ਸੀ ਵੀ ਫਿਰ ਸਾਡੇ ਊਂ ਹੀ ਗੋਲੀ ਮਾਰ ਦੋ, ਨੈਗੋਸ਼ੀਏਸ਼ਨ 'ਚ ਕੋਈ ਐਂ ਕਹਿਣਾ ਨਹੀਂ ਹੁੰਦਾ, ਪਰ ਇਹ ਕਿਉਂ ਕਿਹਾ ਪਿਆ ਵੀ ਉਹਨਾਂ ਨੇ ਇੰਨਾ ਮਜਬੂਰ ਕਰਤਾ ਕਿ ਤੁਸੀਂ ਸਾਨੂੰ ਊਂ ਹੀ ਗੋਲੀ ਮਾਰ ਦੋ। ਸੋ ਜੇ ਆਪੋਜੀਸ਼ਨ ਨੂੰ ਵੈਡ ਚੇਸ ਕਰਕੇ ਜਾਣਾ ਪੈਂਦਾ ਹੈ ਕਿ ਉਹਨੂੰ ਜਮੇ ਬੋਲਣ ਹੀ ਨਹੀਂ ਦਿੱਤਾ ਜਾਂਦਾ, ਜਾਂ ਬੋਲਦੇ ਨੇ ਵਿੱਚੋਂ ਹੀ ਚੁੱਕੀ ਜਾਂਦੇ ਨੇ, ਤੇ ਫਿਰ ਤਾਂ ਉਹਨਾਂ ਦਾ ਜਾਣਾ ਜਾਇਜ਼ ਹੈ। ਜੇ ਉਹ ਇਹ ਆ ਵੀ ਆਪਾਂ ਤਾਂ ਜਾ ਕੇ ਰੌਲਾ ਪਾਣਾ ਹੀ ਪਾਣਾ ਹੈ, ਆਪਾਂ ਤਾਂ ਜਿਹੜਾ ਸਭਾਪਤੀ ਮਹੋਦਿਆ ਹੈ ਇਹਨਾਂ ਨੂੰ ਕੰਮ ਚੱਲਣ ਨਹੀਂ ਦੇਣਾ, ਫਿਰ ਉਹ ਦੂਜਾ ਗਲਤ ਹੈ। ਸੋ ਇਸ ਕਰਕੇ ਦੋਨੇ ਧਿਰਾਂ ਦੀ ਜ਼ਿੰਮੇਵਾਰੀ ਹੈ। ਦੋਨੇ ਧਿਰਾਂ ਦੀ ਜ਼ਿੰਮੇਵਾਰੀ ਵਾਸਤੇ ਮਰਿਆਦਾ ਬਣੀ ਹੋਈ ਹੈ, ਰੂਲ ਬਣੇ ਹੋਏ ਨੇ, ਨਿਯਮ ਨੇ। ਉਹ ਮਰਿਆਦਾ, ਉਹ ਨਿਯਮ, ਉਹਨਾਂ ਦਾ ਪਾਲਣ ਕਰੋ। ਤੁਹਾਨੂੰ ਚੁਣ ਕੇ ਇਸ ਵਾਸਤੇ ਨਹੀਂ ਭੇਜਿਆ ਵੀ ਤੁਸੀਂ ਇੱਕ ਦੂਜੇ ਨਾਲ ਲੜਾਈ ਕਰੀ ਜਾਓ, ਇਸ ਵਾਸਤੇ ਭੇਜਿਆ ਤੁਸੀਂ ਵਿਚਾਰਾਂ ਦਾ ਭੇਦ ਕਰੋ। ਉੱਥੇ ਕੋਈ ਆਪਣੀ ਸਰੀਰਕ ਤਾਕਤ ਦਿਖਾਉਣ ਦੀ ਲੋੜ ਨਹੀਂ ਹੁੰਦੀ, ਉੱਥੇ ਬੌਧਿਕ ਤਾਕਤ ਦੀ ਲੋੜ ਹੈ, ਉੱਥੇ ਜ਼ਬਾਨ ਦੀ ਤਾਕਤ ਦੀ ਲੋੜ ਹੈ, ਔਰ ਉਹ ਵੀ ਮਿੱਠੀ ਜ਼ਬਾਨ ਦੇ ਰਾਹੀਂ। ਕਟਾਕਸ਼ ਜ਼ਰੂਰ ਕਰੋ, ਜੋਕ ਜ਼ਰੂਰ ਸੁਣਾਓ, ਤੱਥ ਜ਼ਰੂਰ ਦਿਓ, ਪਰ ਉਹ ਇਸ ਵਾਸਤੇ ਨਹੀਂ ਹੈ ਕਿ ਤੁਸੀਂ ਕਿਸੇ ਦੀ ਤੋਹੀਨ ਕਰਨ ਵਾਸਤੇ ਦੇ ਰਹੇ ਹੋ। ਰਾਜ ਕਰਨੀ ਧਿਰ ਦੀ ਵੀ ਤੋਹੀਨ ਨਹੀਂ ਤੁਸੀਂ ਕਰ ਰਹੇ, ਤੁਸੀਂ ਦੱਸ ਰਹੇ ਹੋ ਵੀ ਆਹ ਸੱਚ ਆ। ਜੇ ਰਾਜ ਕਰਨ ਵਾਲੀ ਧਿਰ ਸੀਰੀਅਸ ਹੋਏਗੀ, ਗੰਭੀਰ ਹੋਏਗੀ, ਤਾਂ ਆਪਦੇ ਆਪ ਨੂੰ ਦੁਰਸਤ ਕਰੇਗੀ। ਇਹਨੇ ਰਾਜ ਕਰਨ ਵਾਲੀ ਧਿਰ ਕੋ ਦੱਸ ਜਾਵੇ ਅਸੀਂ ਆਹ ਕਰ ਰਹੇ ਹਾਂ, ਕਿ ਵਿਰੋਧੀ ਧਿਰ ਨੂੰ ਪਤਾ ਨਹੀਂ ਹੋਏਗਾ, ਇਸ ਕਰਕੇ ਰੌਲਾ ਪਾ ਰਹੀ ਹੋਊਗੀ, ਉਹਨੂੰ ਪਤਾ ਲੱਗ ਜਾਏਗਾ ਵੀ ਹਾਂ ਯਾਰ ਅਸੀਂ ਤਾਂ ਐਵੇਂ ਰੌਲਾ ਪਾ ਰਹੇ ਸੀ, ਉਹ ਚੁੱਪ ਕਰੇਗੀ। ਸੋ ਮੈਂ ਕਹਿਣਾ ਉਹ ਸਾਰੇ ਜ਼ਿੰਮੇਵਾਰ ਨੇ। ਔਰ ਸਾਡੀ ਸੰਸਦ ਦੇ ਵਿੱਚ ਜਿਹੜਾ ਬਹਿਸ ਦਾ ਪੱਧਰ ਰਿਹਾ ਆ, ਹੁਣ ਥੋੜਾ ਘਟਿਆ, ਇਹ ਬਹੁਤ ਉੱਚਾ ਰਿਹਾ। ਹੁਣ ਵੀ ਵਿੱਚ ਇੰਨੇ ਵਧੀਆ ਬੁਲਾਰੇ ਨੇ ਕਿ ਕਮਾਲ ਹੋ ਜਾਂਦੀ ਆ ਸੁਣ ਕੇ, ਜਦੋਂ ਗੱਲ ਕਰਦੇ ਨੇ, ਜਿਸ ਤਰੀਕੇ ਨਾਲ ਗੱਲ ਕਰਦੇ ਨੇ। ਔਰ ਇੱਕ ਗੱਲ ਮੈਂ ਇਹ ਵੀ ਕਹਾਂਗਾ ਵੀ ਜੇ ਪੋਲੀਟੀਕਲ ਪਾਰਟੀ ਫੈਸਲਾ ਨਾ ਕਰੇ, ਜਿਹੜੇ ਸਭਾਪਤੀ ਮਹੋਦੇ ਨੇ, ਉਹਨਾਂ ਨੂੰ ਮੈਂ ਇਹ ਵੀ ਦੇਖਿਆ ਵੀ ਬੰਦਾ ਨੂੰ ਕਹਿੰਦੇ ਵੀ ਤੇਰਾ ਟਾਈਮ ਖਤਮ ਹੋ ਗਿਆ, ਸਰ 1 ਮਿੰਟ ਪਲੀਜ਼, ਸਰ 1 ਮਿੰਟ, ਉਹ 1 ਮਿੰਟ ਦੀ ਬਜਾਏ 2 ਮਿੰਟ ਲਾ ਦਿੰਦੇ, ਫਿਰ ਵੀ ਉਹ ਠਰਮਾ ਰੱਖਦੇ ਨੇ, ਉਹਦਾ ਮਾਈਕ ਨਹੀਂ ਬੰਦ ਕਰਦੇ, ਉਹਦਾ ਸਪੀਕਰ ਬੰਦ ਕਰਦੇ। ਸੋ ਕੋਸ਼ਿਸ਼ ਕਰੀ ਜਾਂਦੀ ਹੈ ਕਿ ਦੋਨੇ, ਪਰ ਇਹ ਹੋਰ ਕੋਸ਼ਿਸ਼ ਕਰਨ ਦੀ ਲੋੜ ਹੈ, ਬਹੁਤ ਥੋੜੀ ਹੈ। ਇਹ ਜਿਹੜੀਆਂ ਸਾਡੀਆਂ ਰਵਾਇਤਾਂ ਸੀ ਜਿਹਦੇ 'ਚ ਇਹ ਨਾ ਕਰਨਾ ਪਵੇ, ਕਿਉਂਕਿ ਪਾਰਲੀਮੈਂਟ 'ਚ ਰਵਾਇਤਾਂ ਟੁੱਟ ਰਹੀਆਂ ਨੇ। ਇਹ ਰਵਾਇਤਾਂ ਟੁੱਟਣ ਦਾ ਕਿਸੇ MP ਨੂੰ ਕੋਈ ਨੁਕਸਾਨ ਨਹੀਂ ਹੋਣਾ। ਹੁਣ ਵੀ ਕਹਿ ਦਿੰਦਾ, ਚਾਹੇ ਉਹ ਵਿਰੋਧੀ ਧਿਰ ਦਾ, ਚਾਹੇ ਉਹ ਰਾਜ ਕਰਨ ਦਾ, ਉਹ ਨੁਕਸਾਨ ਹੋਣਾ ਸਾਡੀ ਜਮਹੂਰੀਅਤ ਨੂੰ, ਸਾਡੇ ਸੰਵਿਧਾਨ ਨੂੰ, ਸਾਡੀ ਸੰਸਦੀ ਪ੍ਰਣਾਲੀ ਨੂੰ, ਸਾਡੇ ਲੋਕਾਂ ਨੂੰ, ਸਾਡੇ ਲੋਕਾਂ ਦੇ ਹੱਕਾਂ ਨੂੰ। ਉਹਨਾਂ ਲੋਕਾਂ ਦੇ ਹੱਕਾਂ ਦੇ ਵਿੱਚ ਵੱਧ ਤੋਂ ਵੱਧ ਉਹ ਲੋਕ ਨੇ ਜਿਹੜੇ ਅੰਦੋਲਨ 'ਚ ਸ਼ਾਮਲ ਨੇ, ਚਾਹੇ ਕਿਸਾਨ ਹੈ, ਚਾਹੇ ਮਜ਼ਦੂਰ ਹੈ, ਚਾਹੇ ਵਪਾਰੀ ਹੈ, ਚਾਹੇ ਉਹ ਆੜ੍ਹਤੀ ਹੈ, ਚਾਹੇ ਉਹ ਪੱਲੇਦਾਰ ਹੈ, ਤੇ ਚਾਹੇ ਉਹ ਦਿਹਾੜੀਦਾਰ ਹੈ।
ਚਾਹੇ ਉਹ ਖਪਤਕਾਰ ਹੈ, ਕਿਉਂਕਿ ਭੋਜਨ ਮਹਿੰਗਾ ਹੋ ਜਾਣਾ ਹੈ। ਤੋ ਉਹਨਾਂ ਦੇ ਹੱਕਾਂ ਨੂੰ ਨੁਕਸਾਨ ਹੁੰਦਾ ਹੈ, ਜਿੱਦਾਂ ਤੁਹਾਡੀ ਮਰਿਆਦਾ ਟੁੱਟਦੀ ਹੈ। ਜੀ ਇਹ ਬਿਲਕੁਲ ਮਰਿਆਦਾ ਤੋੜ ਕੇ ਜਾਰੀ ਕੀਤੇ ਗਏ ਜਿਹੜੇ ਸੀ ਆਰਡੀਨੈਂਸ, ਮਰਿਆਦਾ ਤੋੜ ਕੇ ਉਹਨਾਂ ਨੂੰ ਪਾਸ ਕੀਤਾ ਗਿਆ ਤੇ ਮਰਿਆਦਾ ਤੋੜ ਕੇ ਹੀ ਉਹਨਾਂ ਨੂੰ ਵਾਪਸ ਲਿਆ ਗਿਆ। ਤੋ ਇਹ ਤਾਂ ਸਾਰੇ ਦਾ ਸਾਰਾ ਹੀ ਮਰਿਆਦਾ ਦਾ ਘਾਣ ਕਰਿਆ ਗਿਆ ਹੈ। ਤੇ ਇਹ ਕਿਸਾਨੀ ਨੂੰ ਤੇ ਏਕਾ ਤੋੜਨ ਵਾਸਤੇ ਇੱਕ ਅੰਦਰੋਂ ਇਹ ਹੈ ਕਿ ਕਿਸਾਨੀ ਦਾ ਇੱਕ ਵਾਰੀ ਏਕਾ ਤੋੜ ਦੋ, ਇੱਕ ਵਾਰੀ ਇਕੱਠੇ ਹੋ ਗਏ, ਹੁਣ ਹੋਰ ਕੋਈ ਤਰੀਕਾ ਨਹੀਂ, ਇੱਕ ਵਾਰੀ ਏਕਾ ਤੋੜੋ ਇਹਨਾਂ ਦਾ, ਫਿਰ ਦੇਖੀਓ ਜੋ ਹੁੰਦਾ ਹੈ। ਇਸ ਪਾਸੇ ਤੁਰੀ ਹੋਈ ਹੈ ਸਰਕਾਰ। ਬਿਲਕੁਲ ਜੀ ਬਿਲਕੁਲ ਡਾਕਟਰ ਸਾਹਿਬ ਬਹੁਤ-ਬਹੁਤ ਸ਼ੁਕਰੀਆ ਸਮਾਂ ਦੇਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਥੈਂਕ ਯੂ। ਦਰਸ਼ਕੋ ਸਾਡੇ ਨਾਲ ਗਰਗ ਸਾਹਿਬ ਜੁੜੇ ਹੋਏ ਸੀ, ਅੱਜ ਦੇ ਮਸਲੇ ਤੇ ਖੁੱਲ੍ਹ ਕੇ ਗੱਲਬਾਤ ਕੀਤੀ। ਤੁਸੀਂ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਲੋਕ ਰਾਣਾ ਚੈਨਲ ਪੰਜਾਬੀ। ਧੰਨਵਾਦ।